ਹੈਲੋ ਫਰੈਂਡਸ, ਗਿਲਜ਼ ਮੈਂਟੋਰ ਈ ਲਰਨਿੰਗ ਪਲੇਟਫਾਰਮ 'ਤੇ ਮੈਂ ਤੁਹਾਡਾ ਸਵਾਗਤ ਕਰਦਾ। ਅੱਜ ਸੰਡੇ ਹੈ ਫਰੈਂਡਸ, ਅਤੇ ਆਪਾਂ ਲੈ ਕੇ ਆਏ ਹਾਂ ਸੈਪਟੈਂਬਰ ਮੰਥ ਦੀ ਫੁੱਲ ਮੰਥ ਦੀ ਕਰੰਟ ਅਫੇਅਰਸ। ਮੈਂ ਦੇਖਿਆ ਸੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਆ ਰਹੇ ਸੀਗੇ ਕਿ ਡਿਮਾਂਡ ਆ ਰਹੀ ਸੀ ਬਹੁਤ ਜ਼ਿਆਦਾ ਕਿ ਸੈਪਟੈਂਬਰ ਮੰਥ ਦੀ ਕਰੰਟ ਅਫੇਅਰਸ ਵੀ ਪ੍ਰੋਵਾਈਡ ਕਰਵਾਏ ਜਾਣ। ਤਾਂ ਆਪਾਂ ਇਹ ਫੁੱਲ ਵੀਡੀਓ ਲੈ ਕੇ ਆਏ ਹਾਂ, ਲੈਂਥੀ ਵੀਡੀਓ ਹੈ ਫਰੈਂਡਸ, ਅਤੇ ਸਭ ਨੇ ਟਾਈਮ ਕੱਢ ਕੇ ਪੂਰਾ ਵੀਡੀਓ ਦੇਖਣੀ ਹੈ ਅਤੇ ਨਾਲ ਕੁਐਸਚਨਸ ਦੇ ਆਨਸਰ ਵੀ ਦੇਣੇ ਨੇ। ਐਡੀਸ਼ਨਲ ਫੈਕਟਸ ਵੀ ਨੇ ਆਪਣੇ ਨਾਲ ਬਹੁਤ ਜ਼ਿਆਦਾ, ਜਿੰਨੇ ਵੀ ਕਰੰਟ ਅਫੇਅਰਸ ਹੋਣਗੇ ਉਹਨਾਂ ਦੇ ਨਾਲ ਐਡੀਸ਼ਨਲ ਫੈਕਟਸ ਵੀ ਨੇ। ਅਤੇ ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਏਗਾ। ਸਭ ਤੋਂ ਪਹਿਲੇ ਸੈਸ਼ਨ ਨੂੰ ਸ਼ੇਅਰ ਕਰ ਦਿਓ ਅਤੇ ਆਪਾਂ ਸਟਾਰਟ ਕਰਦੇ ਹਾਂ ਆਪਣੀ ਕਲਾਸ ਤੋਂ। ਫਸਟ ਕੁਐਸਚਨ, ਆਪਣੇ ਕੋਲ 100 ਕੁਐਸਚਨਸ ਨੇ, ਆਪਾਂ 1 ਤੋਂ ਲੈ ਕੇ 100 ਕੁਐਸਚਨਸ ਕਰਾਂਗੇ। ਆਪਾਂ ਸਟਾਰਟ ਕਰਦੇ ਆਪਣੇ ਫਸਟ ਕੁਐਸਚਨ ਤੋਂ, ਠੀਕ ਹੈ ਜੀ। ਆਪਣਾ ਫਸਟ ਕੁਐਸਚਨ ਹੈ, ਵਟ ਇਜ਼ ਦ ਥੀਮ ਆਫ ਰਾਸ਼ਟਰੀ ਪੋਸ਼ਣ ਮਾਹ ਨੈਸ਼ਨਲ ਨਿਊਟ੍ਰੀਸ਼ਨ ਮੰਥ। ਜਿਹੜਾ ਰਾਸ਼ਟਰੀ ਪੋਸ਼ਣ ਮਾਹ ਮਨਾਇਆ ਗਿਆ ਸੀ, ਉਸਦੀ ਥੀਮ ਕੀ ਸੀ? ਆਪਸ਼ਨ ਸੀ ਕੰਪਲੀਮੈਂਟਰੀ ਫੀਡਿੰਗ ਉਸਦੀ ਥੀਮ ਸੀ। ਜਿਹੜਾ ਸੈਪਟੈਂਬਰ ਮੰਥ ਸੀਗਾ ਉਹ ਪੂਰਾ ਦਾ ਪੂਰਾ ਰਾਸ਼ਟਰੀ ਪੋਸ਼ਣ ਮਾਹ ਮਨਾਇਆ ਗਿਆ ਸੀਗਾ। ਲਿਖਿਆ ਹੋਇਆ ਫਰੈਂਡਸ, ਦ ਐਂਟਾਇਰ ਮੰਥ ਆਫ ਸੈਪਟੈਂਬਰ ਬਿਗਨਿੰਗ ਵਿਲ ਬੀ ਸੈਲੀਬ੍ਰੇਟਡ ਐਜ਼ ਦ ਰਾਸ਼ਟਰੀ ਪੋਸ਼ਣ ਮਾਹ। ਦਿਸ ਈਅਰ ਦ ਥੀਮ ਇਜ਼ ਕੰਪਲੀਮੈਂਟਰੀ ਫੀਡਿੰਗ। ਥੀਮ ਕੀ ਹੈ ਆਪਣੀ? ਕੰਪਲੀਮੈਂਟਰੀ ਫੀਡਿੰਗ, ਠੀਕ ਹੈ ਜੀ। Prime Minister's overreaching scheme for holistic nourishment Poshan Abhiyan is a multi-ministerial convenience mission with the vision to address malnutrition with a targeted approach by 2022। ਕੀ ਹੈ ਫਰੈਂਡਸ ਕਿ ਪ੍ਰਾਈਮ ਮਿਨਿਸਟਰ ਜੀ ਨੇ ਕਿਹਾ ਸੀ ਕਿ 2022 ਤੱਕ ਜਿੰਨੀ ਵੀ ਮਲ ਨਿਊਟ੍ਰੀਸ਼ਨ ਹੈ, ਮਤਲਬ ਨਿਊਟ੍ਰੀਸ਼ਨ ਦੀ ਕਮੀ ਹੈ ਬੱਚਿਆਂ ਦੇ ਵਿੱਚ, ਉਸ ਨੂੰ ਪੋਸ਼ਣ ਅਭਿਆਨ ਦੇ ਨਾਲ ਖਤਮ ਕੀਤਾ ਜਾਏਗਾ, ਠੀਕ ਹੈ ਜੀ। ਇਸ ਦੇ ਵਿੱਚ ਦੋ ਮੇਨ ਕੁਐਸਚਨ ਬਣਦੇ ਨੇ, ਕਿਹੜੇ ਮੰਥ ਨੂੰ ਰਾਸ਼ਟਰੀ ਪੋਸ਼ਣ ਮਾਹ ਮਨਾਇਆ ਗਿਆ ਸੀ? ਸੈਪਟੈਂਬਰ ਮੰਥ ਨੂੰ। ਅਤੇ ਉਸਦੀ ਥੀਮ ਕੀ ਹੈ? ਕੰਪਲੀਮੈਂਟਰੀ ਫੀਡਿੰਗ। ਥੀਮ ਕੀ ਹੈ ਆਪਣੀ? ਆਪਸ਼ਨ ਸੀ ਕੰਪਲੀਮੈਂਟਰੀ ਫੀਡਿੰਗ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਇਨ ਵਿਚ ਸਟੇਟ ਡਿਡ ਦ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਰੀਸੈਂਟਲੀ ਇਨੋਗਰੇਟਡ ਦ ਇੰਡੀਆਜ਼ ਲੌਂਗੈਸਟ ਇਲੈਕਟਰੀਫਾਈਡ ਰੇਲ ਟਨਲ। ਕਿਹੜੀ ਸਟੇਟ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਨੇ ਜਿਹੜੇ ਆਪਣੇ ਐਮ ਵੈਂਕਈਆ ਨਾਇਡੂ ਜਿਹੜੇ ਆਪਣੇ ਵਾਈਸ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਇੰਡੀਆ ਦੀ ਲੌਂਗੈਸਟ ਇਲੈਕਟਰੀਫਾਈਡ ਰੇਲ ਟਨਲ ਨੂੰ ਇਨੋਗਰੇਟ ਕੀਤਾ ਹੈ? ਕਿਹੜੀ ਸਟੇਟ ਦੇ ਵਿੱਚ ਕੀਤਾ ਹੈ? ਇਹ ਹੈ ਆਪਸ਼ਨ ਸੀ ਆਂਧਰਾ ਪ੍ਰਦੇਸ਼ ਦੇ ਵਿੱਚ। ਆਂਧਰਾ ਪ੍ਰਦੇਸ਼ ਦੇ ਵਿੱਚ ਇਸ ਨੂੰ ਇਨੋਗਰੇਟ ਕੀਤਾ ਹੈ। ਆਪਾਂ ਪੜ੍ਹ ਲੈਂਦੇ ਹਾਂ। ਵਾਈਸ ਪ੍ਰੈਜ਼ੀਡੈਂਟ ਐਮ ਵੈਂਕਈਆ ਨਾਇਡੂ ਇਨੋਗਰੇਟਡ ਦ ਕੰਟਰੀਜ਼ ਲੌਂਗੈਸਟ ਇਲੈਕਟਰੀਫਾਈਡ ਰੇਲ ਟਨਲ ਬਿਟਵੀਨ ਚੈਰੋਪੱਲੀ ਐਂਡ ਰੈਪਰੂ ਐਂਡ ਦ ਇਲੈਕਟਰੀਫਾਈਡ ਰੇਲ ਲਾਈਨ ਬਿਟਵੀਨ ਵੈਂਟਾਚਲਮ ਐਂਡ ਓਬਲਵੇਰਾਪੱਲੀ, ਠੀਕ ਹੈ। ਇਹ ਆਂਧਰਾ ਪ੍ਰਦੇਸ਼ ਦੇ ਡਿਸਟ੍ਰਿਕਟ ਨੇ ਚੈਰੋਪੱਲੀ ਅਤੇ ਰੈਪਰੂ, ਅਤੇ ਜਿਹੜੀ ਇਲੈਕਟਰੀਫਾਈਡ ਰੇਲ ਲਾਈਨ ਹੈ ਉਹ ਕਿੱਥੇ ਕੀਤੀ ਹੈ? ਵੈਂਕਾਟਲਮ ਐਂਡ ਓਬਲਵੇਰਾਪੱਲੀ ਦੇ ਵਿਚਾਲੇ, ਠੀਕ ਹੈ ਜੀ। ਬਿਸਾਈਡ ਇਨੋਗਰੇਟਿੰਗ ਦ ਰੀਮੋਡਲਡ ਯਾਰਡ ਐਟ ਗੁਡੂਰੂ ਰੇਲਵੇ ਸਟੇਸ਼ਨ, ਦ ਵਾਈਸ ਪ੍ਰੈਜ਼ੀਡੈਂਟ ਆਲਸੋ ਫਲੈਗਡ ਆਫ ਅ ਨਿਊ ਇੰਟਰਸਿਟੀ ਸੁਪਰਫਾਸਟ ਐਕਸਪ੍ਰੈਸ ਟ੍ਰੇਨ ਬਿਟਵੀਨ ਗੁਡੂਰੂ ਐਂਡ ਵਿਜੈਵਾੜਾ। ਗੁਡੂਰੂ ਐਂਡ ਵਿਜੈਵਾੜਾ ਦੇ ਵਿੱਚ ਉਹਨਾਂ ਨੇ ਕੀ ਕੀਤਾ? ਫਲੈਗਡ ਆਫ ਕੀਤੀ ਹੈ ਨਿਊ ਇੰਟਰਸਿਟੀ ਸੁਪਰਫਾਸਟ ਐਕਸਪ੍ਰੈਸ ਨੂੰ ਵੀ, ਠੀਕ ਹੈ। ਇਹਨਾਂ ਨੇ ਕੀਤਾ ਐਮ ਵੈਂਕਈਆ ਨਾਇਡੂ ਨੇ। The tunnel built at a cost of 437 crore rupees has 44 trolley refuges and 14 cross passages in a horseshoe design। ਜਿਹੜੀ ਟਨਲ ਹੈ ਉਹ 437 ਕਰੋੜ ਰੁਪਏ ਲੱਗੇ ਨੇ ਉਸਦੇ ਉੱਤੇ, ਠੀਕ ਹੈ। 44 ਟਰੋਲੀ ਰਿਫਿਊਜੀਜ਼ ਨੇ ਉਹਦੇ ਵਿੱਚ, ਅਤੇ 14 ਕ੍ਰੋਸ ਪੈਸੇਂਜਰ ਹੋਰਸਸ਼ੂ ਡਿਜ਼ਾਈਨ ਦੇ ਵਿੱਚ। ਹੋਰਸਸ਼ੂ ਡਿਜ਼ਾਈਨ ਕੀ ਹੁੰਦਾ? ਜਿਹੜਾ ਯੂ ਸ਼ੇਪ ਡਿਜ਼ਾਈਨ ਹੁੰਦਾ ਉਹਨੂੰ ਹੋਰਸਸ਼ੂ ਡਿਜ਼ਾਈਨ ਕਿਹਾ ਜਾਂਦਾ, ਠੀਕ ਹੈ। The 112 kilometer new line reduces travel time from 10 to 5 hours of a goods train from Krishnapatnam port to Oberville-Palli। ਜਿਹੜਾ 112 ਕਿਲੋਮੀਟਰ ਦਾ ਉਹ ਡਿਸਟੈਂਸ ਸੀਗਾ, ਉਸ ਨੂੰ ਇਸਨੇ ਹਾਫ ਟਾਈਮ ਦੇ ਵਿੱਚ ਕਵਰ ਕਰਨਾ ਸ਼ੁਰੂ ਕਰ ਦਿੱਤਾ ਹੈ, ਸਿਰਫ ਇਸ ਇੱਕ ਟਨਲ ਦੇ ਨਾਲ। ਇਸ ਟਨਲ ਦੇ ਬਣਨ ਦੇ ਨਾਲ ਕੀ ਫਾਇਦਾ ਹੋਇਆ? ਜਿਹੜਾ ਡਿਸਟੈਂਸ ਹੈ ਉਸਨੂੰ ਹਾਫ ਟਾਈਮ ਦੇ ਵਿੱਚ, ਆਪਾਂ ਨੇ ਪਹਿਲੇ 10 ਘੰਟੇ ਲੱਗਦੇ ਸੀ ਤਾਂ ਉਸਨੂੰ 5 ਮਿੰਟਾਂ ਦੇ ਵਿੱਚ ਹੀ ਟਰੈਵਲ ਕਰਨਾ ਸ਼ੁਰੂ ਕਰ ਦਿੱਤਾ ਹੈ, ਠੀਕ ਹੈ। ਇਸ ਦੀ ਟੋਟਲ ਕੋਸਟ ਕਿੰਨੀ ਲੱਗੀ ਹੈ? 1993 ਕਰੋੜ ਵਿਦ 9 ਰੇਲਵੇ ਸਟੇਸ਼ਨਸ ਅਲੋਂਗ ਦਾ ਰੂਟ। 146 ਬ੍ਰਿਜ ਬਣੇ ਨੇ ਅਤੇ 16 ਰੋਡ ਰੋਨਰ ਬ੍ਰਿਜਿਸ ਬਣੇ ਨੇ ਅਤੇ 2 ਟਨਲਸ ਬਣੀਆਂ ਨੇ, ਠੀਕ ਹੈ। ਟੋਟਲ ਕਿੰਨੇ ਲੱਗੇ ਨੇ? 1993 ਕਰੋੜ ਰੁਪੀਜ਼। ਨੈਕਸਟ ਹੈ, ਵਿਚ ਇੰਡੀਅਨ ਇੰਸਟੀਚਿਊਟ ਹੈਜ਼ ਪਾਰਟਨਰਡ ਵਿਦ ਐਮਾਜ਼ੋਨ ਵੈਬ ਸਰਵਿਸਿਜ਼ ਫॉर ਨੈਸ਼ਨਲ ਆਰਟੀਫਿਸ਼ੀਅਲ ਇੰਟੈਲੀਜੈਂਸ ਰਿਸੋਰਸ ਪਲੇਟਫਾਰਮ। ਕਿਹੜਾ ਇੰਡੀਅਨ ਇੰਸਟੀਚਿਊਟ ਹੈ ਜਿਸ ਨੇ ਪਾਰਟਨਰਸ਼ਿਪ ਕੀਤੀ ਹੈ ਐਮਾਜ਼ੋਨ ਵੈਬ ਸਰਵਿਸਿਜ਼ ਨਾਲ? ਕਿਸ ਲਈ ਕੀਤੀ ਹੈ? ਨੈਸ਼ਨਲ ਆਰਟੀਫਿਸ਼ੀਅਲ ਇੰਟੈਲੀਜੈਂਸ ਰਿਸੋਰਸ ਪਲੇਟਫਾਰਮ ਦੇ ਲਈ। ਕਿਸਨੇ ਕੀਤੀ ਹੈ?
ये की है IIT खड़गपुर, डी ऑप्शन IIT खड़गपुर ने किया किस नाल किया Amazon वैब सर्विसेज नाल। आप फुल न्यूज़ पढ़ लें कि IIT खड़गपुर ने कोलैबोरेट किया Amazon वैब सर्विसेज नाल। क्यों किया? टू डेवलप ए रिसोर्स पोर्टल, एक पोर्टल बनाने के लिए टू प्रमोट लर्निंग एंड डेवलपमेंट इन आर्टिफिशियल इंटैलीजेंस। आर्टिफिशियल इंटैलीजेंस को प्रमोट करने के लिए तो उसकी डेवलपमेंट के लिए इन्होंने कोलैबोरेट किया। ठीक है। Powered by Amazon SageMaker, a cloud machine learning platform, the National Artificial Intelligence Resource Portal is aimed at making the search for AI learning resources simpler and more accessible to learners, practitioners and researchers in India। ये अपना ज़्यादा इंपॉर्टेंट नहीं है, मेन चीज़ अपने याद रखनी है कि किहड़े इंस्टीट्यूट ने किया है, IIT खड़गपुर ने किया है तो किन्हां नाल किया है, Amazon वैब सर्विसेज दे नाल। ठीक है जी, Amazon वैब सर्विसेज के नाल किया है। नैक्सट है नेम द टेक फर्म दैट हैज़ पार्टनर्ड विद मिनिस्ट्री ऑफ इलैक्ट्रॉनिक्स एंड इंफॉर्मेशन एंड टैक्नोलॉजी एंड लॉन्च अ बिल्ड फॉर डिजिटल इंडिया प्रोग्राम। है जी केड़ी टैक फर्म है जिसने पार्टनरशिप की है मिनिस्ट्री ऑफ इलैक्ट्रॉनिक्स ते इंफॉर्मेशन के नाल ते की लॉन्च किया है, बिल्ड फॉर डिजिटल इंडिया प्रोग्राम लॉन्च किया है। केड़ी कंपनी ने किया है? कमेंट बॉक्स में कमेंट करके जरूर दस्सिओ कि मिनिस्टर ऑफ इलैक्ट्रॉनिक्स एंड इंफॉर्मेशन टैक्नोलॉजी कौन ने, मिनिस्टर ऑफ IT कौन ने, एक कमेंट बॉक्स में मैंने कमेंट करके दस्सिओ। तो केड़ी कंपनी ने किया है? ये किया है ऑप्शन डी गूगल ने। गूगल ने की अनाउंस किया है कि वो बिल्ड फॉर डिजिटल इंडिया लई साइन किन्ना नाल साइन किया है, इंफॉर्मेशन एंड टैक्नोलॉजी मिनिस्ट्री के नाल गूगल ने पार्टनरशिप की है, तो जिस नाल इंजीनियरिंग स्टूडेंट्स में एक प्लेटफॉर्म रेडी मिलेगा। क्यों? क्योंकि ताकि वो टैक्नोलॉजी बेस्ड सॉल्यूशंस कर सकन। ठीक है जी। नेक्स्ट है द गवर्नमेंट हैज़ अप्रूव टू सेटअप इन द गोरेवाला इंटरनेशनल जू एंड बायो पार्क इन विच सिटी। गवर्नमेंट ने अप्रूव किया है कि एक गोरेवाला इंटरनेशनल जू ते बायो पार्क बनाएंगे। ये कित्थे बनाएंगे? ये बनाएंगे ऑप्शन ए नागपुर दे विच। कित्थे बनाएंगे? नागपुर दे विच। एक इन्हां ने नाल होया सी अप्रूव दिता सी जिन्हां ने एक किया सी यूनियन मिनिस्टर प्रकाश जावड़ेकर। जिहड़े प्रकाश जावड़ेकर ने ये की ने अपने मिनिस्टर, ये किहड़े मिनिस्टर ने, तुसीं मैनूं कमेंट बॉक्स कमेंट करके दस्सिओ कि किहड़े मिनिस्टर ने। यूनियन मिनिस्टर प्रकाश जावड़ेकर ने जिहड़े इन्हां ने अनाउंस किया सी कि न्यू गोरेवाला इंटरनेशनल जू बनाया जाएगा। कित्थे बनाया जाएगा? नागपुर डिस्ट्रिक्ट ऑफ महाराष्ट्र के नागपुर डिस्ट्रिक्ट दे विच ये बनाया जाएगा। ठीक है जी। अकॉर्डिंग टू फॉरेस्ट डेवलपमेंट कॉरपोरेशन ऑफ महाराष्ट्र लिमिटेड FDCML, इसकी फुल फॉर्म याद रखियो, FDCML दी है फॉरेस्ट डेवलपमेंट कॉरपोरेशन ऑफ महाराष्ट्र लिमिटेड। इन्होंने की ऑलरेडी इशूड द गवर्नमेंट रेजोल्यूशन फॉर एस्टैब्लिशिंग इंटरनेशनल स्टैंडर्ड जू एंड रेस्क्यू सेंटर एट गोरेवाड़ा विलेज नागपुर डिस्ट्रिक्ट ऑन 1914 हेक्टेयर्स ऑफ फॉरेस्ट लैंड थ्रो FDCML। ठीक है जी। नेक्स्ट है विच स्टेट has launched the Walk to Work campaign as a part of Fit India movement। केड़ी स्टेट ने लॉन्च किया है वॉक टू वर्क कैंपेन फिट इंडिया मूवमेंट के लिए? ये केड़ी स्टेट ने लॉन्च किया है? ये केड़ी स्टेट ने किया है? ये किया है ऑप्शन डी मेघालय ने। मेघालय के जोड़े चीफ मिनिस्टर ने कोनार्ड के संगमा ये उन्होंने लॉन्च किया सीगा कि वॉक टू वर्क, ताकि फिट इंडिया फिट रह सके अपने काम। इसका मतलब की होया कि अपने काम के लिए वॉक करो। द कैंपेन इज नेम्ड एज वॉक टू वर्क मेघालय। CM urged the citizens to walk to the work at least once in a week, कि अपने काम ते पैदल जाओ हफ्ते च एक दिन। द आइडिया ऑफ वॉक टू वर्क विल हैव मल्टीपल बेनिफिट्स, कस्ट द cost of fuel including reduction of CO2 emission, reduced congestion in the city and more importantly for health and fitness। इसका की होएगा? एक तो फ्यूल की खपत घटेगी, कार्बन डाइऑक्साइड का एमिशन घटेगा, तो इस नाल हैल्थ बेनिफिट्स भी ने, बंदे का वेट तो हैल्थ फिटनेस भी रहेगी। ठीक है जी। नैक्सट है हू हैज़ बीन अपॉइंटेड एज गवर्नर ऑफ महाराष्ट्र। महाराष्ट्र के नवे गवर्नर बनाए गए सी सितंबर के विच। कौन बनाए गए सी? वो बनाए गए सी ऑप्शन ए भगत सिंह कोश्यारी। प्रेसिडेंट रामनाथ कोविंद ने अनाउंस किया सी 5 न्यू गवर्नर्स। किहड़े 5 स्टेटां के गवर्नर अनाउंस किए सी? ये किते सी राजस्थान, महाराष्ट्र, हिमाचल प्रदेश, केरला ते तेलंगाना। ठीक है जी। किथे किथे दे किते सी?
ਰਾਜਸਥਾਨ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਕੇਰਲਾ ਤੇ ਤੇਲੰਗਾਨਾ। ਇੱਕ ਸਿੰਗਲ ਕੁਐਸਚਨ ਦੇ ਵਿੱਚ 5 ਕੁਐਸਚਨਸ ਕਵਰ ਹੋ ਰਹੇ ਨੇ। ਇਹ ਜਿਹੜੇ 5 ਆਪਸ਼ਨਸ ਨੇ ਆਪਣੇ, ਇਹ ਪੰਜੋਂ ਕਿਸੇ ਸਟੇਟ ਦੇ ਗਵਰਨਰ ਬਣਾਏ ਗਏ ਨੇ। ਠੀਕ ਹੈ, ਇਹਨਾਂ ਜਾਣਬੁੱਝ ਕੇ ਮੈंने ਇੱਕ ਆਪਸ਼ਨ ਦੇ ਵਿੱਚ ਰੱਖਿਆ ਹੈ। ਜਿਹੜੇ ਭਗਤ ਸਿੰਘ ਕੋਸ਼ਿਆਰੀ ਨੇ ਇਹ ਬਣਾਏ ਗਏ ਨੇ ਮਹਾਰਾਸ਼ਟਰ ਦੇ। ਆਰਿਫ ਮੁਹੰਮਦ ਖਾਨ ਨੇ ਜਿਹੜੇ ਇਹ ਬਣਾਏ ਗਏ ਨੇ ਕੇਰਲਾ ਦੇ। ਕਿੱਥੇ ਦੇ ਬਣਾਏ ਗਏ ਨੇ? ਆਰਿਫ ਮੁਹੰਮਦ ਖਾਨ ਕੇਰਲਾ ਦੇ। ਤੁਸੀਂ ਦੇਖ ਸਕਦੇ ਹੋ ਇਸ ਆਪਸ਼ਨ ਇਹਦੇ ਵਿੱਚ ਲਿਖਿਆ ਹੋਇਆ। ਤੇ ਜਿਹੜੇ ਥਰਡ ਆਪਸ਼ਨ ਹੈ ਆਪਣਾ, ਜਿਹੜਾ ਆਪਣਾ ਥਰਡ ਆਪਸ਼ਨ ਹੈ ਬੰਡਾਦਾਰੂ ਦੱਤਾਚਾਰਿਆ। ਬੰਡਾਦਾਰੂ ਦੱਤਾਚਾਰਿਆ ਇਹ ਕਿੱਥੇ ਦੇ ਬਣਾਏ ਗਏ ਨੇ? ਇਹ ਬਣਾਏ ਗਏ ਨੇ ਹਿਮਾਚਲ ਪ੍ਰਦੇਸ਼ ਦੇ। ਕਲਰਾਜ ਮਿਸ਼ਰਾ ਬਣਾਏ ਗਏ ਨੇ ਰਾਜਸਥਾਨ ਦੇ। ਤਮਿਲਾਏ ਸੌਂਦਰਾਜਨ ਨੇ ਜਿਹੜੇ ਇਹ ਬਣਾਏ ਗਏ ਨੇ ਤੇਲੰਗਾਨਾ ਦੇ। ਜਿਹੜੇ ਤੇਲੰਗਾਨਾ ਸਟੇਟ ਹੈ ਇਹ ਆਂਧਰਾ ਪ੍ਰਦੇਸ਼ ਤੋਂ ਤੇਲੰਗਾਨਾ ਦੇ ਫਸਟ ਗਵਰਨਰ ਨੇ, ਉਹ ਵੀ ਲੇਡੀ ਨੇ। ਠੀਕ ਹੈ, ਇਹ ਕੁਐਸਚਨ ਕਿਸ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ? ਫਸਟ ਗਵਰਨਰ ਆਫ ਤੇਲੰਗਾਨਾ ਤਾਂ ਵੀ ਤਮਿਲਾਏ ਸੌਂਦਰਾਜਨ ਆਂਸਰ ਆਏਗਾ। ਫਸਟ ਫੀਮੇਲ ਗਵਰਨਰ ਆਫ ਤੇਲੰਗਾਨਾ ਤਾਂ ਵੀ ਤਮਿਲਾਏ ਸੌਂਦਰਾਜਨ ਹੀ ਆਂਸਰ ਆਏਗਾ। ਆਂਧਰਾ ਪ੍ਰਦੇਸ਼ ਤੋਂ ਅਲੱਗ ਹੋਣ ਤੋਂ ਬਾਅਦ ਤੇਲੰਗਾਨਾ ਦੇ ਇੰਡੀਪੈਂਡੈਂਟ ਗਵਰਨਰ ਪਹਿਲੀ ਵਾਰ ਬਣਾਏ ਗਏ ਨੇ। ਠੀਕ ਹੈ ਜੀ, ਇਹ ਯਾਦ ਰੱਖਿਓ। ਇਸ ਪੈਰਾਗ੍ਰਾਫ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ, ਤੁਸੀਂ ਪੜ੍ਹ ਸਕਦੇ ਹੋ। ਠੀਕ ਹੈ ਜੀ, ਨੈਕਸਟ ਹੈ ਹੂ ਇਜ਼ ਦ ਨਿਊ ਡਾਇਰੈਕਟਰ ਜਨਰਲ ਆਫ ਇੰਡੀਆਜ਼ ਬਾਰਡਰ ਸਿਕਿਉਰਿਟੀ ਫੋਰਸ। BSF ਦੇ ਨਵੇਂ ਡਾਇਰੈਕਟਰ ਜਨਰਲ ਬਣਾਏ ਗਏ ਨੇ। ਕੌਣ ਬਣਾਏ ਗਏ ਨੇ? ਇਹ ਬਣਾਏ ਗਏ ਨੇ ਆਪਣਾ ਥਰਡ ਆਪਸ਼ਨ ਵਿਵੇਕ ਕੁਮਾਰ ਜੋਹਰੀ। VK ਜੋਹਰੀ ਨੇ ਜਿਹੜੇ BSF ਦੇ ਡਾਇਰੈਕਟਰ ਜਨਰਲ ਬਣਾਏ ਗਏ ਨੇ। IPS ਅਫਸਰ ਨੇ ਇਹ ਵਿਵੇਕ ਕੁਮਾਰ ਜੋਹਰੀ। ਇਹਨਾਂ ਨੇ ਚਾਰਜ ਲਿਆ ਡਾਇਰੈਕਟਰ ਜਨਰਲ ਆਫ ਇੰਡੀਆਜ਼ ਲਾਰਜੈਸਟ ਬਾਰਡਰ ਗਾਰਡਿੰਗ ਫੋਰਸ। ਬਾਰਡਰ ਸਿਕਿਉਰਿਟੀ ਫੋਰਸ ਕਿਹਾ ਜਾਂਦਾ BSF ਨੂੰ। ਠੀਕ ਹੈ ਜੀ, ਨੈਕਸਟ ਹੈ ਹੂ ਹੈਜ਼ ਬੀਨ ਅਪੋਇੰਟਡ ਐਜ਼ ਵਾਈਸ ਚੀਫ ਆਫ ਦਾ ਆਰਮੀ ਸਟਾਫ। ਜਿਹੜੇ ਆਪਣੀ ਆਰਮੀ ਹੈ ਮੇਨ ਆਰਮੀ, ਉਸਦੀ ਆਰਮੀ ਦੇ ਜਿਹੜੇ ਵਾਈਸ ਚੀਫ ਬਣਾਏ ਗਏ ਨੇ ਉਹ ਕੌਣ ਬਣਾਏ ਗਏ ਨੇ? ਉਹ ਬਣਾਏ ਗਏ ਨੇ ਆਪਸ਼ਨ ਨੰਬਰ D ਲੈਫਟੀਨੈਂਟ ਜਨਰਲ MM ਨਰਵਾਣੇ। ਕੌਣ ਬਣਾਏ ਗਏ ਨੇ? ਲੈਫਟੀਨੈਂਟ ਜਨਰਲ ਮਨੋਜ ਮੁਕੁੰਦ ਨਰਵਾਣੇ। ਠੀਕ ਹੈ, ਇਹ ਕੌਣ ਨੇ? ਇਹ ਸੀਨੀਅਰ ਮੋਸਟ ਆਫਿਸਰ ਨੇ ਜਦੋਂ ਬਿਪਿਨ ਰਾਵਤ ਨੇ ਆਪਣਾ ਟੈਨਿਓਰ ਖਤਮ ਕੀਤਾ ਸੀ ਐਜ਼ ਏ ਆਰਮੀ ਚੀਫ ਐਟ ਦ ਐਂਡ ਆਫ ਦਸੰਬਰ। ਠੀਕ ਹੈ, ਨੈਕਸਟ ਹੈ ਹੂ ਅਜ਼ਿਊਮਡ ਚਾਰਜ ਐਜ਼ ਈਸਟਰਨ ਆਰਮੀ ਕਮਾਂਡਰ। ਈਸਟਰਨ ਆਰਮੀ ਕਮਾਂਡਰ ਦੇ ਚਾਰਜ ਕਿਹਨੇ ਲਿਆ? ਈਸਟਰਨ ਆਰਮੀ ਕਮਾਂਡਰ ਦਾ ਚਾਰਜ ਕਿਹਨਾਂ ਨੇ ਲਿਆ? ਈਸਟਰਨ ਆਰਮੀ ਕਮਾਂਡਰ ਦਾ ਚਾਰਜ ਲਿਆ ਅਨਿਲ ਚੌਹਾਨ ਨੇ ਲਿਆ। ਇਹ ਟੀ ਗਲਤੀ ਨਾਲ ਪੈ ਗਿਆ। ਅਨਿਲ ਚੌਹਾਨ ਜੀ ਨੇ ਲਿਆ। ਲੈਫਟੀਨੈਂਟ ਜਨਰਲ ਅਨਿਲ ਚੌਹਾਨ ਨੇ ਕਿਹਦਾ ਚਾਰਜ ਲਿਆ? ਆਰਮੀ ਕਮਾਂਡਰ ਦਾ, ਈਸਟਰਨ ਕਮਾਂਡ ਦੇ। ਜਿਹੜੀ ਆਰਮੀ ਦੀ ਈਸਟਰਨ ਕਮਾਂਡ ਹੈ ਉਹਨਾਂ ਦੇ ਕਮਾਂਡਰ ਬਣੇ ਨੇ ਇਹ। ਠੀਕ ਹੈ ਜੀ, ਨੈਕਸਟ ਹੈ ਦ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਜ਼ ਸ਼ਡਿਊਲਡ ਟੂ ਹੋਸਟ ਦਾ 4th ਜਨਰਲ ਅਸੈਂਬਲੀ ਆਫ ਐਸੋਸੀਏਸ਼ਨ ਆਫ ਵਰਲਡ ਇਲੈਕਸ਼ਨ ਬੋਡੀਜ਼ ਐਟ। ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ ਉਹਨਾਂ ਨੇ ਆਪਣੀ 4th ਜਨਰਲ ਅਸੈਂਬਲੀ ਦੀ ਮੀਟਿੰਗ ਰੱਖੀ ਹੈ। ਕਿੱਥੇ ਰੱਖੀ ਹੈ? ਇਹ ਰੱਖੀ ਹੈ ਆਪਸ਼ਨ B ਬੈਂਗਲੁਰੂ ਦੇ ਵਿੱਚ। ਬੈਂਗਲੁਰੂ ਦੇ ਵਿੱਚ ਇਹਨਾਂ ਨੇ ਆਪਣੀ ਮੀਟਿੰਗ ਰੱਖੀ ਹੈ। ਆਪਾਂ ਪੈਰਾਗ੍ਰਾਫ ਦੇ ਵਿੱਚ ਫੁੱਲ ਨਿਊਜ਼ ਪੜ੍ਹ ਲੈਂਦੇ ਹਾਂ। ਦ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਜ਼ ਸ਼ਡਿਊਲਡ ਟੂ ਹੋਸਟ ਦਾ 4th ਜਨਰਲ ਅਸੈਂਬਲੀ ਆਫ ਐਸੋਸੀਏਸ਼ਨ ਆਫ ਵਰਲਡ ਇਲੈਕਸ਼ਨ ਬੋਡੀਜ਼ ਐਟ Bengaluru on 3rd September 2019. India will take over a WEB's chair for 2019 to 21 term. Over 15 countries across the globe will join the meeting at Bengaluru from 2nd to 4th September 2019. 50 countries ਤੋਂ different delegates ਆਣਗੇ ਇਸ ਮੀਟਿੰਗ ਦੇ ਵਿੱਚ। ਠੀਕ ਹੈ, ਇਸ ਗੱਲ ਨੂੰ ਯਾਦ ਰੱਖਿਓ। ਤੇ ਹੋਰ ਇਸ ਪੈਰਾਗ੍ਰਾਫ ਦੇ ਵਿੱਚ ਕੁਝ ਖਾਸ ਇੰਪੋਰਟੈਂਟ ਨਹੀਂ ਹੈ। ਆਪਾਂ ਨੈਕਸਟ ਦੇਖਦੇ ਹਾਂ ਹੂ ਹੈਜ਼ ਵੋਨ ਬੈਲਜੀਅਨ ਗ੍ਰੈਂਡ ਪ੍ਰਿਕਸ 2019। ਬੈਲਜੀਅਨ ਗ੍ਰੈਂਡ ਪ੍ਰਿਕਸ 2019 ਕਿੰਨਾ ਨੇ ਜਿੱਤਿਆ? ਇਹ ਜਿੱਤਿਆ ਆਪਸ਼ਨ ਨੰਬਰ A ਚਾਰਲਸ ਲੈਕਹਰਟ। ਜਿਹੜਾ ਬੈਲਜੀਅਮ ਗ੍ਰੈਂਡ ਪ੍ਰਿਕਸ ਹੈ ਇਹ ਕਿਸ ਸਪੋਰਟਸ ਨਾਲ ਰਿਲੇਟਡ ਹੈ? ਇਹ ਹੈ ਕਾਰ ਰੇਸਿੰਗ ਦੇ ਨਾਲ। ਜਿਹੜੀ ਕਾਰ ਰੇਸਿੰਗ ਹੁੰਦੀ ਹੈ ਫਾਰਮੂਲਾ 1 ਕਾਰ ਰੇਸਿੰਗ, ਇਹ ਉਹਨਾਂ ਦੇ ਉਸ ਨਾਲ ਰਿਲੇਟਡ ਹੈ। ਅਤੇ ਕਿਹਨਾਂ ਨੇ ਜਿੱਤੀ ਸੀ? ਇਹ ਜਿੱਤੀ ਸੀ ਚਾਰਲਸ ਲੈਕਹਰਟ ਆਪਸ਼ਨ A। ਠੀਕ ਹੈ, ਇਹਨਾਂ ਨੇ ਕਿਹਨਾਂ ਨੂੰ ਹਰਾਇਆ ਸੀ? ਲੂਇਸ ਹੈਮਿਲਟਨ ਜੀ ਨੂੰ ਹਰਾਇਆ ਸੀ। ਲੂਇਸ ਹੈਮਿਲਟਨ 2nd ਨੰਬਰ 'ਤੇ ਆਏ ਸੀਗੇ। ਠੀਕ ਹੈ, ਨੈਕਸਟ ਹੈ ਇੰਡੀਅਨ ਸਪੋਰਟਸ ਪਰਸਨ
शशि कुमार मुकुंद इज रिलेटेड टू विच स्पोर्ट्स। शशि कुमार मुकुंद ने ਜਿਹੜੇ ਇਹ किस स्पोर्ट्स ਨਾਲ रिलेटेड ने, ਇਹ किस स्पोर्ट्स ਨਾਲ रिलेटेड ने, टैनिस ਦੇ ਨਾਲ। ठीक है, ऑप्शन नंबर ए टैनिस ਨਾਲ रिलेटेड ने। ਜਿਹੜੇ शशि कुमार मुकुंद ने ਇਹ रनर अप ਰਹੇ ਸੀਗੇ ਕਿੱਥੇ, ATP ਚੈਲੰਜਰ ਟੂਰ ਇਨ ਬਟਾਓ ਚਾਈਨਾ। ਜਿਹੜੀ ATP ਚੈਲੰਜਰ ਟੂਰ ਹੋਇਆ ਸੀਗਾ ਬਟਾਓ ਚਾਈਨਾ ਦੇ ਵਿੱਚ, ਇਹ ਉੱਥੇ ਦੇ ਰਨਰ ਅਪ ਰਹੇ ਸੀਗੇ। ਠੀਕ ਹੈ, ਤੇ ਇਸ ਨੂੰ ਜਿੱਤਿਆ ਕਿਹਨੇ ਸੀਗਾ, ਇਹਨਾਂ ਨੇ ਜਿੱਤਿਆ ਸੀ ਜੇਮਸ ਡਕਵਰਥ। ਜੇਮਸ ਡਕਵਰਥ ਨੇ ਜਿੱਤਿਆ ਸੀ, ਜਿਹੜੇ ਕਿ ਆਸਟ੍ਰੇਲੀਆ ਤੋਂ ਨੇ। ਜੇਮਸ ਡਕਵਰਥ ਇਹ ਉਹਨਾਂ ਤੋਂ ਹਾਰ ਗਏ ਸੀਗੇ ਤੇ ਰਨਰ ਅਪ ਰਹੇ ਸੀ। ਠੀਕ ਹੈ ਜੀ, ਨੈਕਸਟ ਹੈ ਤਜਿੰਦਰ ਪਾਲ ਵੋਨ ਅ ਸਿਲਵਰ ਮੈਡਲ ਇਨ ਵਿਚ ਇਵੈਂਟ ਐਟ ਦ ਕ੍ਰੈਚ ਰਿਪਬਲਿਕ ਐਥਲੈਟਿਕ ਮੀਟ। ਜਿਹੜੇ ਤਜਿੰਦਰ ਪਾਲ ਨੇ ਉਹਨਾਂ ਨੇ ਸਿਲਵਰ ਮੈਡਲ ਜਿੱਤਿਆ ਸੀ, ਕਿੱਥੇ ਜਿੱਤਿਆ ਸੀ, ਕ੍ਰੈਚ ਰਿਪਬਲਿਕ ਐਥਲੈਟਿਕ ਮੀਟ ਦੇ ਵਿੱਚ। ਤੇ ਉਹ ਕਿਸ ਸਪੋਰਟਸ ਨਾਲ ਰਿਲੇਟਡ ਨੇ, ਉਹ ਕਿਹੜੀ ਸਪੋਰਟਸ ਨਾਲ ਰਿਲੇਟਡ ਨੇ, ਆਪਸ਼ਨ ਨੰਬਰ ਬੀ ਸ਼ਾਰਟ ਪੁੱਟ ਥਰੋ ਦੇ ਨਾਲ ਰਿਲੇਟਡ ਨੇ। ਉਹ ਸ਼ਾਰਟ ਪੁੱਟ ਖੇਡਦੇ ਨੇ ਤਜਿੰਦਰ ਪਾਲ, ਤੇ ਇਹਨਾਂ ਨੇ ਕੀ ਜਿੱਤਿਆ ਸੀ, ਸਿਲਵਰ ਮੈਡਲ ਜਿੱਤਿਆ ਸੀਗਾ। ਠੀਕ ਹੈ ਜੀ, ਤੇ ਇਹਨਾਂ ਨੇ ਕੁਆਲੀਫਾਈ ਕੀਤਾ ਹੈ ਵਰਲਡ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕੀਤਾ ਇਹਨਾਂ ਨੇ, ਇਸ ਗੱਲ ਨੂੰ ਯਾਦ ਰੱਖਿਓ। ਨੈਕਸਟ ਹੈ ਵਿਚ ਸਟੇਟ will host the 36th National Games from October 20 to November 4, 2020। ਕਿਹੜੀ ਸਟੇਟ ਹੋਸਟ ਕਰੇਗੀ 36th ਨੈਸ਼ਨਲ ਗੇਮਸ ਨੂੰ, ਕੌਣ ਹੋਸਟ ਕਰੇਗੀ, ਇਹ ਕਰੇਗੀ ਆਪਸ਼ਨ ਨੰਬਰ ਬੀ ਗੋਆ। ਗੋਆ ਹੋਸਟ ਕਰੇਗੀ ਇਹਨਾਂ ਨੂੰ। ਆਪਾਂ ਪੈਰਾਗ੍ਰਾਫ ਦੇ ਵਿੱਚ ਫੁੱਲ ਨਿਊਜ਼ ਪੜ੍ਹ ਲੈਂਦੇ ਹਾਂ ਕਿ ਜਿਹੜੀ ਮਚ ਡਿਲੇਡ 36 ਨੈਸ਼ਨਲ ਗੇਮਸ ਨੇ ਇਹ ਕਿੱਥੇ ਹੋਣਗੀਆਂ, ਗੋਆ ਦੇ ਵਿੱਚ ਹੋਣਗੀਆਂ 20 ਅਕਤੂਬਰ ਤੋਂ 4 ਨਵੰਬਰ ਨੈਕਸਟ ਈਅਰ। ਠੀਕ ਹੈ ਜੀ, ਇਹ ਕਿੱਥੇ ਹੋਏਗੀ, ਗੋਆ ਦੇ ਵਿੱਚ। ਠੀਕ ਹੈ, ਜਿਹੜੇ ਉਹਨਾਂ ਦੇ ਸਪੋਰਟਸ ਮਿਨਿਸਟਰ ਨੇ ਗੋਆ ਦੇ ਬਾਬੂ ਅਜੋਂਕਰ, ਸਪੋਰਟਸ ਸੈਕਟਰੀ ਨੇ ਜਿਹੜੇ ਜੇ ਅਸ਼ੋਕ ਕੁਮਾਰ, ਤੇ VM ਪ੍ਰਭੂ ਦੇਸਾਈ, ਕ੍ਰਿਸ਼ਨਾ ਮੂਰਤੀ ਐਂਡ ਇੰਜੀਨੀਅਰ ਅਨਿਲ ਰਿਗਨ ਨੇ ਅਨਾਊਂਸ ਕੀਤਾ ਸੀ। ਮੀਟਿੰਗ ਅਟੈਂਡ ਕੀਤੀ ਸੀ ਤੇ ਉੱਥੇ ਇਹ ਅਨਾਊਂਸ ਕੀਤਾ ਗਿਆ ਜਿਹੜੇ ਡੇਟਸ ਨੇ। ਠੀਕ ਹੈ, ਨੇਮ ਦਾ ਡਿਸੀਜ਼ਡ ਕਮੇਡੀਅਨ ਹੂ ਵੋਨ ਐਮੀ ਅਵਾਰਡਸ ਫॉर हर वर्क्स इन कॉमेडी सीरीज़ ऑन रोहड़ा। ਕਿਹੜੇ ਕਮੇਡੀਅਨ ਨੇ ਜਿਨ੍ਹਾਂ ਨੇ ਐਮੀ ਅਵਾਰਡ ਜਿੱਤਿਆ ਆਪਣੀ ਕॉमेडी सीरीज़ ऑन रोहड़ा ਕਰਕੇ। ਕਿਹੜੇ ਕਮੇਡੀਅਨ ਨੇ ਇਹ ਨੇ, ਆਪਸ਼ਨ ਨੰਬਰ ਏ ਵੈਲੇਰੀ ਹਾਰਪਰ। ਵੈਲੇਰੀ ਹਾਰਪਰ ਕੌਣ ਨੇ, ਵੈਲੇਰੀ ਹਾਰਪਰ। ਜਿਹੜੇ ਐਮੀ ਅਵਾਰਡ ਵਿਨਿੰਗ ਐਕਟਰੈਸ ਹੈ ਵੈਲੇਰੀ ਹਾਰਪਰ, ਉਹ ਮਰ ਚੁੱਕੇ ਨੇ, ਉਹਨਾਂ ਦੀ ਡੈਥ ਹੋ ਚੁੱਕੀ ਹੈ। ਤੇ ਇਹ ਕਿਸ ਦੇ ਲਈ ਨੋਨ ਸੀਗੇ, ਇਹ ਸੀਗੇ ਦ ਮੈਰੀ ਟਾਇਲਰ ਮੋਰੀ ਸ਼ੋ। ਦ ਮੈਰੀ ਟਾਇਲਰ ਮੋਰੀ ਸ਼ੋ, ਇਹਨਾਂ ਨੇ 4 ਐਮੀ ਅਵਾਰਡ ਜਿੱਤੇ ਨੇ, ਇਸ ਗੱਲ ਨੂੰ ਯਾਦ ਰੱਖਿਓ, ਇਸ ਕਰਕੇ ਇੰਪੋਰਟੈਂਟ ਨਾਮ ਬਣਦਾ ਇਹ ਵੈਲੇਰੀ ਹਾਰਪਰ। ਠੀਕ ਹੈ ਜੀ, ਇਹਨਾਂ ਦੀ ਡੈਥ ਹੋ ਚੁੱਕੀ ਹੈ। ਪੁੱਛ ਲਿਆ ਜਾਂਦਾ ਹੈ ਕਿ ਜਿਹੜੇ ਵੈਰੀ ਹਾਰਪਰ ਜਿਨ੍ਹਾਂ ਦੀ ਡੈਥ ਹੋਈ ਹੈ ਉਹ ਕੌਣ ਸੀਗੇ, ਉਹ ਸੀਗੇ ਕਮੇਡੀਅਨ ਸੀਗੇ। ਠੀਕ ਹੈ, ਜਿਨ੍ਹਾਂ ਨੂੰ ਐਮੀ ਅਵਾਰਡਸ ਮਿਲ ਚੁੱਕਿਆ ਹੈ, ਇਹ ਗੱਲ ਯਾਦ ਰੱਖਿਓ। ਨੈਕਸਟ ਹੈ ਰਿਨਾਊਂਡ ਅਮਰੀਕਨ ਪਰਸਨੈਲਿਟੀ ਜੈਸੀ ਕੌਮਸ ਹੈਜ਼ ਪਾਸਡ ਅਵੇ ਰੀਸੈਂਟਲੀ। ਸ਼ੀ ਵਾਜ਼ ਏ ਵੈਲ ਨੋਨ। ਦੇਖੋ ਪੁੱਛ ਲਿਆ ਗਿਆ ਸੇਮ ਕੁਐਸਚਨ, ਉਸ ਕੁਐਸਚਨ ਨੂੰ ਵੀ ਘੁਮਾ ਕੇ ਪੁੱਛਿਆ ਜਾ ਸਕਦਾ ਸੀ। ਉਸੇ ਤਰੀਕੇ ਨਾਲ ਇਹ ਕੁਐਸਚਨ ਪੁੱਛ ਲਿਆ ਗਿਆ ਕਿ ਰੀਨਾਊਂਡ ਅਮਰੀਕਨ ਪਰਸਨੈਲਿਟੀ ਨੇ ਜਿਹੜੇ ਜੈਸੀ ਕੌਮਸ ਨੇ ਉਹਨਾਂ ਦੀ ਡੈਥ ਹੋ ਚੁੱਕੀ ਹੈ, ਉਹ ਪਾਸ ਜਵੇ ਹੋਏ ਨੇ, ਤੇ ਉਹਨਾਂ ਦੀ ਵੈਲ ਨੋਨ ਉਹ ਕੀ ਨੇ, ਉਹ ਕੀ ਸੀਗੇ, ਉਹ ਵੈਲ ਨੋਨ ਕਾਰ ਰੇਸਰ ਨੇ। ਕੌਣ ਸੀ, ਕਾਰ ਰੇਸਰ ਸੀਗੇ ਜੈਸੀ ਕੌਮਸ। ਠੀਕ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ ਸੀ, ਨਿਕਨੇਮ ਸੀਗਾ ਫਾਸਟੈਸਟ ਵੂਮੈਨ ਔਨ 4 ਵੀਲਸ। ਕਿਉਂ, ਕਿਉਂਕਿ ਉਹ ਕਾਫੀ ਤੇਜ਼ ਕਾਰ ਚਲਾਉਂਦੇ ਸੀਗੇ ਤੇ ਉਹਨਾਂ ਦੀ ਡੈਥ ਕਿਵੇਂ ਹੋਈ ਸੀ, ਕਾਰ ਕ੍ਰੈਸ਼ ਦੇ ਵਿੱਚ ਹੋਈ ਸੀ। ਉਹ ਕੀ ਕਰ ਰਹੇ ਸੀ, ਇੱਕ ਰਿਕਾਰਡ ਬ੍ਰੇਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਠੀਕ ਹੈ ਜੀ, ਨੈਕਸਟ ਹੈ ਵਟ ਵਾਜ਼ ਦ ਥੀਮ ਆਫ ਵਰਲਡ ਕੋਕੋਨਟ ਡੇ 2019। ਵਰਲਡ ਕੋਕੋਨਟ ਡੇ ਦੀ ਥੀਮ ਕੀ ਸੀਗੀ 2019 ਦੇ। ਸਭ ਤੋਂ ਪਹਿਲੇ ਵਰਲਡ ਕੋਕੋਨਟ ਡੇ ਦੀ ਥੀਮ, ਚਲੋ ਪਹਿਲੇ ਥੀਮ ਇਹ ਦੇਖ ਲੈਂਦੇ ਹਾਂ, ਕੋਕੋਨਟ ਫॉर ਫੈਮਿਲੀ ਵੈਲਨੈਸ। ਕੋਕੋਨਟ ਫॉर ਫੈਮਿਲੀ ਵੈਲਨੈਸ ਇਹ ਕਦੋਂ ਮਨਾਇਆ ਜਾਂਦਾ ਹੈ, ਇਹ ਮਨਾਇਆ ਜਾਂਦਾ 2 ਸੈਪਟੈਂਬਰ 2019 ਨੂੰ ਮਨਾਇਆ ਜਾਂਦਾ ਹੈ। ਪਹਿਲੀ ਵਾਰ ਇਹ 2009 ਦੇ ਵਿੱਚ ਮਨਾਇਆ ਗਿਆ ਸੀ। ਕਿਉਂ ਮਨਾਇਆ ਗਿਆ ਸੀ, ਇਹ ਫਾਰਮੇਸ਼ਨ ਡੇ ਸੀਗਾ ਏਸ਼ੀਅਨ ਪੈਸੀਫਿਕ ਕੋਕੋਨਟ ਕਮਿਊਨਿਟੀ ਦਾ, APCC ਦਾ, ਏਸ਼ੀਅਨ ਪੈਸੀਫਿਕ ਕੋਕੋਨਟ ਕਮਿਊਨਿਟੀ। ਠੀਕ ਹੈ ਜੀ, ਨੈਕਸਟ ਹੈ The ECI has recently launched which program under which a voter from each family will get a username and password for updation of electoral roll। ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇੱਕ ਲਾਂਚ ਕੀਤਾ ਪ੍ਰੋਗਰਾਮ, ਜਿਸ ਦੇ ਵਿੱਚ ਜਿਹੜਾ ਵੋਟਰ ਹੈ ਹਰ ਇੱਕ ਫੈਮਿਲੀ ਦਾ ਇੱਕ ਯੂਜ਼ਰ ਨੇਮ ਅਤੇ ਪਾਸਵਰਡ ਮਿਲ ਜਾਏਗਾ, ਜਿਸ ਨਾਲ ਉਹ ਆਪਣੀ ਇਲੈਕਟੋਰਲ ਰੋਲ ਨੂੰ ਅਪਡੇਟ ਕਰ ਸਕਦਾ ਹੈ।
ठीक है। जिवें उन्हों की फैमिली दे विच कोई नवीं वोट आती है या फिर किसी की डैथ होने करके एक वोट कैंसल होंदी है तो उसनूं यूजर नेम ते पासवर्ड नाल असैस करके चेंजिस कर सकता है। ठीक है, उसका नाम की है, उसका नाम होएगा ऑप्शन नंबर ए इलैक्टोरल वेरीफिकेशन प्रोग्राम, EVP, इलैक्टोरल वेरीफिकेशन प्रोग्राम। ठीक है, इस पैरा दे विच यही लिखा होया, तुसीं रीड कर लियो। नैक्सट है KVIC हैज़ लॉन्च द फर्स्ट एवर टेराकोटा ग्राइंडर इन विच सिटी। KVIC ने लॉन्च किया है फर्स्ट एवर टेराकोटा ग्राइंडर किहड़ी सिटी दे विच कीता है? ये कीता ऑप्शन नंबर ए वाराणसी दे विच, वाराणसी। ठीक है, जिहड़ा खासी एंड विलेज इंडस्ट्रीज कमीशन है, जिहड़ा खादी एंड विलेज इंडस्ट्रीज कमीशन KVIC इन्होंने लॉन्च किया है टेराकोटा ग्राइंडर कित्थे कीता? सेवापुरी इन वाराणसी, वाराणसी दे सेवापुरी दे विच कीता है। दिस मशीन विल ग्राइंड द वेस्टेड एंड ब्रोकन पोटरी आइटम्स फॉर रीयूजिंग इन पोटरी मेकिंग। ये मशीन की करेगी? जिहड़ी वेस्टेड ते टुटी हुई पोटरी है उसनूं तोड़ के या फिर ग्राइंड करके उन्होंने दोबारा रीयूजेबल बना देगी। ठीक है, जिस नाल कॉस्ट ऑफ प्रोडक्शन भी घट जाएगी तो शॉर्टेज ऑफ क्ले की प्रॉब्लम भी रिड्यूस हो जाएगी। ठीक है, तो जिहड़ा ग्राइंडर है किन्ना ने बनाया है, डिज़ाइन किन्ना ने किया है? KVIC के चेयरमैन ने किया है विनय कुमार सक्सेना, विनय कुमार सक्सेना। तो बनाया किन्ना ने है? राजकोट बेस्ड इंजीनियरिंग यूनिट ने, राजकोट बेस्ड इंजीनियरिंग यूनिट ने। फ्रेंड्स, जिहड़ा पैराग्राफ दे विच न्यूज़ लिखी होंदी है इन्होंने मैं थोड़ा मेन करके दस रहा, नहीं वीडियो की लेंथ अपनी काफ़ी वड्डी हो जाएगी तो सुनने दे विच भी दिक्कत आएगी फिर पूरी वीडियो नूं देखण दे विच। इस दे नाल तुहानूं सैशन दे नाल PDF मिल जाएगी, तुसीं PDF दे विचों ये पैराग्राफ्स नूं पढ़ सकते हो। ठीक है जी, अब नैक्सट क्वेश्चन देखते हैं। हू डिज़ाइन द न्यू लोगो एंड सर्टिफिकेट डिज़ाइन ऑफ सेंट्रल बोर्ड ऑफ फिल्म सर्टिफिकेशन इन कोलैबोरेशन विद द टेक्निकल सपोर्ट टीम ऑफ नेशनल सिक्योरिटी डिपोजिटरी लिमिटेड। किसने डिज़ाइन किया न्यू लोगो तो सर्टिफिकेट की दा? सेंट्रल बोर्ड ऑफ फिल्म सर्टिफिकेशन, जिहड़ा CBFC है, जिस दे नाल फिल्म्स नूं एक सेंसर बोर्ड वालों परमिशन दी जाती है कि ये फिल्म चलेगी या नहीं चलेगी, तो उसदे विच की चेंजिस करने ने, रिकमेंडेशनस होंदियां ने जिहड़ियां वो कौन दिंदा? सेंट्रल बोर्ड ऑफ फिल्म सर्टिफिकेशन दिंदी है। ठीक है, उसका जिहड़ा न्यू लोगो तो सर्टिफिकेट किन्ना ने डिज़ाइन किया है? किन्ना ने डिज़ाइन किया है? ये किया ऑप्शन नंबर ए रोहित देवगन, रोहित देवगन जी ने डिज़ाइन किया है किस नाल? अपनी सपोर्ट टीम के नाल, नैशनल सिक्योरिटी डिपोजिटरी लिमिटेड NSDL की सपोर्ट टीम के नाल। ठीक है, रोहित देवगन। इस पैराग्राफ के यही लिखा है जिहड़ा यूनियन मिनिस्टर फॉर इंफॉर्मेशन एंड ब्रॉडकास्टिंग, ये जिहड़े उपर आपने क्वेश्चन पूछा सी प्रकाश जावड़ेकर कौन ने, उसका आंसर आ गया है यूनियन मिनिस्टर फॉर इंफॉर्मेशन एंड ब्रॉडकास्टिंग, इंफॉर्मेशन ते ब्रॉडकास्टिंग मिनिस्टर ने, जिहड़े कि इंफॉर्मेशन प्रोवाइड करते हैं। ठीक है, जिन्नी भी जी लेटेस्ट नोटिफिकेशन होंदियां ने वो इंफॉर्मेशन प्रोवाइड करनी होंदी है मीडिया नूं, तो वो प्रकाश जावड़ेकर जी द्वारा की जांदियां ने। इन्होंने अनवील किया कि न्यू लोगो तो सर्टिफिकेट डिज़ाइन किया गया सेंट्रल बोर्ड ऑफ फिल्म सर्टिफिकेशन का, कित्थे किया सी? मुंबई दे विच एक फंक्शन दे विच इन्होंने दस्सिया सी। ठीक है, जिसके डिज़ाइनर कौन ने? रोहित देवगन जी ने, तो किन्ना दे नाल टैक्नीकल सपोर्ट लई है? नैशनल सिक्योरिटी डिपोजिटरी लिमिटेड के द्वारा। ठीक है, नैक्सट है नेम द कल्चरल इवेंट ऑर्गेनाइज्ड बाय द हाई कमीशन ऑफ ऑस्ट्रेलिया, न्यूजीलैंड, पपुआ न्यू गिनिया एंड फिजी टू शोकेस पैसिफिक रीजन कल्चर्स इन इंडिया। ये कल्चरल इवेंट ऑर्गेनाइज किया गया है कि जिन्होंने किया है? हाई कमीशन ने किया ऑस्ट्रेलिया के, न्यूजीलैंड के, पपुआ न्यू गिनिया एंड फिजी, ये कंट्रीज़ के जोड़े हाई कमीशन ने उन्होंने द्वारा किया गया है कि उसका नाम की है कल्चरल इवेंट का? उसका नाम है ऑप्शन नंबर ए नमस्ते पैसिफिक। की नाम है? नमस्ते पैसिफिक। इस पैराग्राफ के लिखा हुआ है कि द हाई कमीशन ऑफ ऑस्ट्रेलिया, न्यूजीलैंड, फिजी एंड पपुआ न्यू गिनिया जॉइंटली ऑर्गेनाइज नमस्ते पैसिफिक इवेंट इन दिल्ली। कित्थे कीता सी? दिल्ली दे विच कीता सी। ठीक है जी, द इवेंट वाज ऑर्गेनाइज टू शोकेस इन इंडिया द कल्चर ऑफ द पैसिफिक कंट्रीज़, पैसिफिक कंट्रीज़ के कल्चर नूं शोकेस करने लई इंडिया दे विच ये इवेंट ऑर्गेनाइज किया गया सीगा। नैक्सट है डॉक्टर हर्षवर्धन वाज चूजन एज चेयर ऑफ द डैश सैशन ऑफ द WHO रीजनल कमेटी फॉर साउथ ईस्ट एशिया। जो डॉक्टर हर्षवर्धन ने उन्होंने चूज किया गया है चेयर मतलब इस चेयर का मतलब ये होंगे कि चेयरमैन बनाया गया एक सैशन नूं
ਹੋਸਟ ਕਰਨ ਦੇ ਲਈ ਕਿਹੜਾ ਸੈਸ਼ਨ WHO ਦਾ ਰੀਜਨਲ ਕਮੇਟੀ ਫॉर ਸਾਊਥ ਈਸਟ ਏਸ਼ੀਆ ਕਿਹੜਾ ਸੈਸ਼ਨ ਬਣਾਇਆ ਗਿਆ ਇਹ ਬਣਾਇਆ ਗਿਆ ਆਪਸ਼ਨ ਨੰਬਰ A 72nd ਸੈਸ਼ਨ जो यूनियन मिनिस्टर ने ਜਿਹੜੇ ਆਪਣੇ ਹੈਲਥ ਮਿਨਿਸਟਰ ਨੇ ਡਾਕਟਰ ਹਰਸ਼ਵਰਧਨ ਇਹਨਾਂ ਨੇ ਇਨੋਗਰੇਟ ਕੀਤਾ ਵਿੰਗ ਲੌਂਗ ਮੀਟਿੰਗ ਆਫ WHO ਰੀਜਨਲ ਕਮੇਟੀ ਆਫ ਸਾਊਥ ਈਸਟ ਏਸ਼ੀਆ ਇਨ ਨਿਊ ਦਿੱਲੀ WHO ਦੀ ਫੁੱਲ ਫਾਰਮ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਿਓ ਤੇ WHO ਦਾ ਹੈੱਡਕੁਆਟਰ ਕਿੱਥੇ ਹੈ ਠੀਕ ਹੈ ਜਿਹੜੇ ਡਾਕਟਰ ਹਰਸ਼ਵਰਧਨ ਨੇ ਇਹਨਾਂ ਨੂੰ ਇਲੈਕਟ ਕੀਤਾ ਗਿਆ ਚੇਅਰ ਆਫ 72nd ਸੈਸ਼ਨ ਆਫ WHO ਰੀਜਨਲ ਕਮੇਟੀ ਫॉर ਸਾਊਥ ਈਸਟ ਏਸ਼ੀਆ ठीक है ये पैराग्राफ पढ़ लेना नेक्स्ट है विच स्टेट अनाउंसड ए 4,750 करोड़ इंटरेस्ट एंड पेनल्टी वेवर ऑन क्रॉप लोन्स टेकन फ्रॉम कोऑपरेटिव बैंक्स किहड़ी स्टेट ने अनाउंस किया कि 4,750 करोड़ इंटरेस्ट ते पेनल्टी नू खत्म करेगी जिहड़ी क्रॉप लोन्स ने जिहड़े कोऑपरेटिव बैंक्स तो लिते गए ने किहड़ी स्टेट है ये स्टेट है ऑप्शन नंबर A हरियाणा स्टेट ने अनाउंस किया कि वह जोड़ा इंटरस्ट ते पेनल्टी है फार्मर ने जोड़ा लोन्स लिते हुए हैं उन्होंने खत्म कर देगी जो हरियाणा के चीफ मिनिस्टर मनोहर लाल खट्टर से उन्होंने अनाउंस किया जिस अराउंड 10 लाख फार्मर्स हु हैज़ बोरोड फ्रॉम प्राइमरी एग्रीकल्चर कोऑपरेटिव सोसाइटीज़ डिस्ट्रिक्ट कोऑपरेटिव सेंट्रल बैंक्स एंड लैंड मोर्टगेज बैंक विल बी बेनीफिटेड तो उन्होंने बेनीफिट दिता जाएगा जिन्होंने इन्होंने बैंक्स तो लोन लिता सी ठीक है जी नेक्स्ट है वर्ल्ड बैंक हैज़ साइंड एग्रीमेंट विद उत्तर प्रदेश गवर्नमेंट फॉर द प्रो पुअर टूरिज्म डेवलपमेंट प्रोजेक्ट वर्ल्ड बैंक ने साइन किया उत्तर प्रदेश गवर्नमेंट के नाल की करन लई प्रो पुअर टूरिज्म डेवलपमेंट प्रोजेक्ट जो टूरिज्म नू डेवलप करने के लिए उसकी टोटल कॉस्ट कितनी है उसकी टोटल कॉस्ट है ऑप्शन नंबर A 57 मिलियन $57 मिलियन $। ठीक है इस पैराग्राफ के लिखा है कि वर्ल्ड बैंक ने प्रो पुअर टूरिज्म नू डेवलप करने के लिए 57 मिलियन $, का प्रोजेक्ट साइन किया है जिस नाल जो टॉप टूरिस्ट हॉटस्पॉट्स ने आगरा के ब्रज मथुरा रीजनस ने उन्होंने डेवलप किया जाएगा जोड़ा वर्ल्ड बैंक है वो 70% प्रोजेक्ट कॉस्ट करेगी तो जो 30% है वो यूपी गवर्नमेंट के द्वारा किया जाएगा ठीक है ये गल याद रखियो नेक्स्ट है वट इज़ इंडियाज़ GDP ग्रोथ रेट इन फाइनैंशियल ईयर 20 एज पर फिच सोल्यूशंस जो फिच सोल्यूशंस ने उन्होंने इंडिया की GDP ग्रोथ रेट नू कितना दस्या उन्होंने दस्या ऑप्शन नंबर A 6.4% उन्होंने इंडिया की GDP ग्रोथ रेट इन फाइनैंशियल ईयर 20 एज पर फिच सोल्यूशन ने इंडिया की GDP ग्रोथ नू कितना दस्या ऑप्शन नंबर A 6.4% 6.4% फाइनैंशियल ईयर 2020 की ठीक है इन्होंने पहले फोरकास्ट किया कि 6.8% रहेगी तो उस तो घटा के इन्होंने हुण 6.4% फोरकास्ट की है ठीक है जी तो इंडिया की जी रियल GDP ग्रोथ है Q1 की 5% आ गई है 8% सी तो इस बार घट के 5% आ चुकी है ठीक है जी नैक्सट है वट इज़ इंडियाज़ GDP ग्रोथ रेट फॉर इंडिया एज पर DBS इन फाइनैंशियल ईयर 20 वो फिच सोल्यूशंस के द्वारा सी DBS जी DBS है DBS ने इसकी कितनी ग्रोथ रेट दसी है वो दसी है ऑप्शन नंबर A 6.2 सिंगापुर बैंकिंग ग्रुप है जो DBS है उसने अपनी इंडिया की फोरकास्ट घटाई है पहले 6.8 दसी सी उन्होंने तो हुण 6.2 अज्यूम कर रहे हैं ये सारा GDP का मतलब की है GDP का मतलब है ग्रोस डोमैसटिक प्रोडक्ट इस मतलब की है प्रॉपर मतलब मीनिंग ये है कि जी फाइनैंशियल कंपनीज होंदियां ने बड़ी बड़ी ऑर्गेनाइजेशनस होंदियां ने ये फोरकास्ट कर दिया ने कि किसी कंट्री की GDP ग्रोथ कितनी रहेगी यानी कि उसका मतलब उस दे विच कितनी ग्रोथ आएगी प्रॉपर बिजनेस के विच या फिर डेवलपमेंट सैक्टर के विच ते उन्हां दी जिहड़े शेयर्स होंदे ने उन्हां दे विच की इंक्रीज आएगा उसके बेसिस ते GDP ग्रोथ फोरकास्ट की जाती है ठीक है जी तो जिन्नी वो ग्रोथ रेट दसणगे उस दे नाल अगर ज़्यादा दसणगे तो की होएगा जी बाहरली कंपनीज होणगियां इंडिया के इन्वेस्टमेंट में इंक्रीज़ करेगी जिस नाल उन्हां दा प्रॉफिट भी इंक्रीज़ होएगा ठीक है पर यह ग्रोथ रेट घट क्यों दसी जा रही है क्योंकि पिछले साल इंडिया की जिहड़े कंपनीज ने उन्होंने अपना इंटरस्ट घटाया इंडिया के इन्वेस्टमेंट करन तो
ठीक है। इस करके ग्रोथ रेट GDP घट गई है इंडिया की, तो GDP घटन के नाल इंडिया नूं काफ़ी लॉस होया है। ठीक है जी। नैक्सट है, विच बैंक हैज़ एंटर्ड इनटू एन एग्रीमेंट विद ECL फाइनेंस लिमिटेड फॉर प्रायोरिटी सैक्टर लीडिंग टू माइक्रो स्मॉल एंड मीडियम एंटरप्राइजेस। किस बैंक ने एग्रीमेंट किया है ECL फाइनेंस लिमिटेड के नाल ताकि वह माइक्रो स्मॉल एंड मीडियम एंटरप्राइजेस नूं लैंडिंग कर सके, लैंडिंग मतलब लोन दे सके। किसने किया है? ऑप्शन नंबर ए ECL फाइनेंस लिमिटेड। ECL फाइनेंस लिमिटेड ने यह एग्रीमेंट किया, कि बैंक ने किया? सेंट्रल बैंक ऑफ इंडिया। ये ऑप्शन, ये क्वेश्चन थोड़ा गलत बन गया है। किन्ना ने किया? सेंट्रल बैंक ऑफ इंडिया ने। बैंक्स के नेम आने सी। सेंट्रल बैंक ऑफ इंडिया ने किया एग्रीमेंट। यह किन्ना नाल किया? माइक्रो स्मॉल ते मीडियम एंटरप्राइजेस के कस्टमर्स नाल। ठीक है जी। नैक्सट है, हू वाज अपॉइंटेड एज एक्टिंग चीफ जस्टिस ऑफ झारखंड हाई कोर्ट। झारखंड हाई कोर्ट के एक्टिंग चीफ जस्टिस कौन बनाए गए हैं? जोड़े झारखंड की हाई कोर्ट है उसके एक्टिव चीफ जस्टिस कौन बनाए गए हैं? वो बनाए गए हैं ऑप्शन नंबर ए हरीश चंद्र मिश्रा, HC मिश्रा, जस्टिस HC मिश्रा। द गवर्नमेंट हैज़ नोटिफाइड द अपॉइंटमेंट ऑफ जस्टिस हरीश चंद्र मिश्रा एज द एक्टिंग चीफ जस्टिस ऑफ झारखंड हाई कोर्ट। ठीक है जी। नेक्स्ट है, विच स्टेट कंट्री हैज़ इलेक्टेड ओल्कसे होनरचुक एज इट्स 17th प्राइम मिनिस्टर। नेम थोड़ा ट्रिकी है। ओलेक्सी होनचैरुक, ओलेक्सी होनचैरुक उन्होंने 17th प्राइम मिनिस्टर बने ने। किहड़ी कंट्री के बने ने? ये बने ने ऑप्शन नंबर ए यूक्रेन। यूक्रेन कंट्री है जिहड़ी उसके 17th प्राइम मिनिस्टर बने ने ओलेक्सी होनचैरुक। होनचैरुक ये उन्होंने किहड़े बने ने? किन्नवें प्राइम मिनिस्टर बने ने? ये बने ने उन्होंने 17th प्राइम मिनिस्टर। ठीक है, इस गल नूं याद रखियो। नैक्सट क्वेश्चन है, हू विल बी ऑनर्ड विद द प्रेस्टीजियस ग्लोबल गोलकीपर अवार्ड बाय द बिल एंड मेलिंडा गेट फाउंडेशन। जिहड़ा बिल एंड मेलिंडा गेट फाउंडेशन है, बिल गेट्स दी जिहड़ी वर्ल्ड के सब तो रिच पर्सन ने बिल गेट्स, उन्होंने बिल एंड मेलिंडा गेट्स फाउंडेशन है, मेलिंडा उन्होंने वाइफ का नाम है। उन्होंने गोल्डन ग्लोबल गोलकीपर अवार्ड दिता है। ये किन्ना नूं दिता है? ये दिता है अपने प्राइम मिनिस्टर नरेंद्र मोदी जी नूं। ठीक है जी। किन्ना नूं दिता है? प्राइम मिनिस्टर नरेंद्र मोदी जी नूं। ठीक है, क्यों दिता गया है? ये लीडरशिप एंड कमिटमेंट टू द स्वच्छ भारत अभियान, जिहड़ी उन्हां दी लीडरशिप ते कमिटमेंट सीगी स्वच्छ भारत अभियान दे विच, इसलिए उन्होंने यह अवार्ड दिता गया है। ठीक है। द एनुअल अवार्ड इन 5 कैटेगरीज आर प्रेजेंटेड टू द लीडर्स एंड इंडिविजुअल्स फॉर देयर एफर्ट्स इन अचीविंग द सस्टेनेबल डेवलपमेंट गोल्स। द कैटेगरीज आर प्रोग्रेस, चेंज मेकर, कैंपेन, गोलकीपर्स वॉइस एंड द ग्लोबल गोलकीपर। इन्हां विचों प्राइम मिनिस्टर मोदी जी नूं किहड़ा दिता गया? द ग्लोबल गोलकीपर अवार्ड। ठीक है जी। नैक्सट है, नेम द साइंटिस्ट हू हैज़ बीन सिलेक्टेड फॉर CSIR यंग साइंटिस्ट अवार्ड 2019 इन द फील्ड ऑफ कैमिकल साइंस। जिहड़ा कैमिकल साइंस द फील्ड विच किहड़े साइंटिस्ट नूं सिलेक्ट किया गया? CSIR यंग साइंटिस्ट अवार्ड के लिए। CSIR यंग साइंटिस्ट अवार्ड के लिए किहड़े साइंटिस्ट नूं सिलेक्ट किया गया? ऑप्शन नंबर ए जॉन मॉन्डल। जॉन मॉन्डल नूं सिलेक्ट किया गया। साइंटिस्ट जॉन मॉन्डल हैज़ बीन सिलेक्टेड फॉर द CSIR यंग साइंटिस्ट अवार्ड 2019 in the field of chemical science. He is a scientist at CSIR Indian Institute of Chemical Technology in Hyderabad. ये कितने साइंटिस्ट ने? हैदराबाद के साइंटिस्ट ने CSIR इंस्टीट्यूट दे विच। उन्होंने कंट्रीब्यूशन दी है अपने एरिया ऑफ हैट्रोजीनियस कैटालिसिस। जी हैट्रोजीनियस कैटालिसिस होंगी है उस दे विच उन्होंने कंट्रीब्यूशन दिता है। ठीक है जी, इस गल नूं याद रखियो। तो इस गल भी याद रखनी है कि इस कैश प्राइज़ कितना दिता जाता है? 50,000 तो एक मैमोरेंडम दिता जाता है। ठीक है जी। मोमेंटो सॉरी एक मोमेंटो भी नाल दिता जाता है। नैक्सट है, द 14th कॉन्फ्रेंस ऑफ पार्टीज़ COP14 टू द US कन्वेंशन टू कॉम्बैट डेजर्टिफिकेशन बिगिन एट विच सिटी। जिहड़ा 14th कॉन्फ्रेंस ऑफ पार्टीज़ होएगी COP14 टू द UN कन्वेंशन, ये कित्थे होएगी? ये होएगी ऑप्शन नंबर ए ग्रेटर नोएडा दे विच। नोएडा दे विच यह कॉन्फ्रेंस होएगी।
ठीक है। ये किस लिए बनाई जाती है? क्लाइमेट चेंज के उत्ते मेन इन्हों का फोकस होंगे। ठीक है, लिखा भी है विल फैसिलिटी इन डिलीवरिंग कन्वर्जेंस एंड synergies among the existing programs in the field of agriculture, forestry, land, water and poverty alleviations which will cater the need to achieve the sustainable development goals. Sustainable development goals ਦੇ ਲਈ ਇਹ ਕਾਨਫਰੰਸ ਹੁੰਦੀ ਹੈ, ਜਿਸ ਵਿੱਚ ਸਾਰੀ ਪ੍ਰੋਬਲਮਸ ਨੂੰ ਡਿਸਕਸ ਕੀਤਾ ਜਾਂਦਾ ਤੇ ਉਹਨਾਂ ਦੇ ਸੋਲੂਸ਼ਨਸ ਨੂੰ ਫਾਈਂਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਠੀਕ ਹੈ ਜੀ। ਨੈਕਸਟ ਹੈ ਵੇਅਰ ਵਾਜ਼ ਦਾ ਇੰਟਰਨੈਸ਼ਨਲ ਸਨੈਕਸ ਫੈਸਟੀਵਲ 2019 ਹੈਲਡ। ਜਿਹੜਾ ਇੰਟਰਨੈਸ਼ਨਲ ਸਨੈਕਸ ਫੈਸਟੀਵਲ ਹੈ 2019 ਦਾ ਉਹ ਕਿੱਥੇ ਹੈਲਡ ਹੋਇਆ ਸੀਗਾ? ਉਹ ਹੋਇਆ ਸੀ ਆਪਸ਼ਨ ਨੰਬਰ ਏ हैदराबाद तेलंगाना ਦੇ ਵਿੱਚ। ਜਿਹੜਾ हैदराबाद ਦਾ तेलंगाना है तेलंगाना ਦਾ हैदराबाद है ਉੱਥੇ इंटरनेशनल स्नैक्स फैसटीवल 2019 मनाया गया ਸੀਗਾ। ठीक है जी। तो नैक्सट है समुद्रयान प्रोजैक्ट इज़ अ पायलट प्रोजैक्ट ऑफ विच मिनिस्ट्री। समुद्रयान प्रोजैक्ट बनाया जा रहा है और जो प्रोजैक्ट है वो किहड़ी मिनिस्ट्री के अंडर आता है? वो आता है ऑप्शन नंबर ए मिनिस्ट्री ऑफ अर्थ साइंस। जी मिनिस्ट्री ऑफ अर्थ साइंस है उन्होंने द्वारा समुद्रयान प्रोजैक्ट शुरू किया गया। इसका मतलब की है? इसका मतलब आप दस दें सूँ इंडियन एमिशन टू सेंड मैन टू द डीप सी इन ए सबमर्सिबल व्हीकल इज़ लाइकली टू बी रियलिटी इन 2021-22 विद द प्रोजैक्ट। जिहड़ा इंडिया का एंबिशन है कि ह्यूमन नू डीप सी दे विच पहुँचाना है तो 2021-2022 ਦੇ ਵਿੱਚ रियलिटी बन जाएगा समुद्रयान प्रोजैक्ट के द्वारा। ठीक है। ये कितने तक पहुँचाना है? डैप्थ ऑफ 6000 मीटर्स 6000 मीटर्स डैप्थ के विच लेके जाना है, जिस नाल वो डीप स्टडीज़ दे विच डीप अंडर वाटर की स्टडी कर सके। ठीक है जी। 200 करोड़ रुपीज़ इस खर्च किए जाएंगे। 200 करोड़ रुपये का प्रोजैक्ट है जिस दे नाल अंडर सी दी वेरियस स्टडीज़ की जा सकनियाँ। ठीक है जी। नेक्स्ट है नेम द इंडियन वूमेन क्रिकेटर हु हैज़ अनाउंस्ड हर रिटायरमेंट फ्रॉम T20 इंटरनेशनल्स रिसेंटली। किहड़े इंडियन वूमेन क्रिकेटर ने जिन्होंने अपनी रिटायरमेंट अनाउंस की है? उन्हें ऑप्शन नंबर ए मिथाली राज। मिथाली राज ने T20 इंटरनेशनल क्रिकेट तो अपनी रिटायरमेंट अनाउंस कर दी है। ठीक है। नेक्स्ट है A new book named A Short History of Indian Railways has been penned by। जी न्यू बुक आई है A Short History of Indian Railways, ये किन्ना ने लिखी है? ये लिखी है ऑप्शन नंबर ए राजेंद्र बी अलखेकर। राजेंद्र बी अलखेकर। ये इंडियन रेलवेज की हिस्टरी के उत्ते बुक है। ठीक है, इस गल नूं याद रखियो। नैक्सट ऑप्शन क्वेश्चन है नेम द एयरपोर्ट विच हैज़ अनवील्ड इंडियाज़ टॉलेस्ट ATC टावर फॉर बैटर एयर ट्रांसपोर्ट मैनेजमेंट सर्विसिज। किहड़ा एयरपोर्ट है जिन्होंने अनवील किया है इंडिया का टॉलेस्ट ATC टावर किस लिए? बैटर एयर ट्रांसपोर्ट मैनेजमेंट सर्विसिज लई। एयर ट्रांसपोर्ट सर्विसिज नूं बैटर करन दे लई किहड़े एयरपोर्ट ने इंडियाज़ टॉलेस्ट ATC टावर अनाउंस किया है? इन्होंने किया है एक है एयरपोर्ट इंदिरा गांधी इंटरनेशनल एयरपोर्ट। अपना बी ऑप्शन इंदिरा गांधी इंटरनेशनल एयरपोर्ट। ठीक है जी। नेक्स्ट है इंडिया हैज़ अनाउंस ए कंट्रीब्यूशन ऑफ $1 million टू द ग्लोबल फंड्स फॉर एड्स ट्यूबरकुलोसिस एंड मलेरिया फॉर 2020-2022। इंडिया ने अनाउंस किया कंट्रीब्यूशन करन दा किन्ने $1 million फॉर एड्स ट्यूबरकुलोसिस ते मलेरिया दे ग्लोबल फंड दे लई। किन्ने डॉलर किया है? ये किया ऑप्शन नंबर बी $22 million 22 मिलियन $22 नूं अनाउंस किया है एज ए पार्ट ऑफ इट्स कमिटमेंट टुवार्ड्स एलिमिनेटिंग दीज डिसीज़, ताकि ये डिसीज़ नूं एलिमिनेट किया जा सके। ठीक है जी। नेक्स्ट है Tinsukia railway station is the state of Assam has become the dash station in the country to have free public Wi-Fi। जिहड़ा Tinsukia रेलवे स्टेशन है असम का वो किन्नवां स्टेशन बन चुका है जिथे फ्री पब्लिक वाईफाई लग्या होया है? किन्नवां स्टेशन बन चुका है? ऑप्शन नंबर बी 4000
रेलवे स्टेशन बन चुका है जिहड़ा कित्थे है आसाम दे विच तिनसुकिया रेलवे स्टेशन आसाम। ठीक है जी, तुसीं चाहो तो उत्थे जा सकते हो तो फ्री वाईफाई यूज़ कर सकते हो। नैक्सट है विच स्टेट रिसेंटली इंप्लीमेंटेड वन नेशन वन राशन कार्ड स्कीम। किहड़ी स्टेट ने इंप्लीमेंट किया है वन नेशन वन राशन कार्ड स्कीम? किहड़ी स्टेट ने किया है? ओडिशा ने। सेंट्रल गवर्नमेंट्स वन नेशन वन राशन कार्ड स्कीम was today implemented on pilot basis in the areas under Bhubaneswar Municipal Committee. This scheme will be rolled out in other parts of the state in phases, said Food Supplies and Consumer Welfare Minister Ranendra Pratap Sawan. ठीक है, एक इन्होंने किया है, ये किया उड़ीसा स्टेट ने। मेन गल याद रखने वाली यही है कि उड़ीसा स्टेट ने इंप्लीमेंट किया है वन नेशन वन राशन कार्ड स्कीम। नेक्स्ट है द फेस्टिवल ऑफ नोखाई इज़ अ फेस्टिवल टू सेलिब्रेट न्यूली हार्वेस्टेड फूड बाय द फार्मर इज़ ऑब्जर्वड इन विच स्टेट? किहड़ी स्टेट दे विच फेस्टिवल ऑफ नोखाई मनाया जाता है? ये काहदे लई मनाया जाता है? हार्वेस्टेड फूड नूं सैलीब्रेट करने लई मनाया जाता है। जिहड़े फार्मर्स ने हार्वेस्टेड फूड बनाया हुंदा है, किहड़ी स्टेट दे विच मनाया जाता है? मनाया जाता है उड़ीसा दे विच। उड़ीसा स्टेट दे विच अपनी उड़ीसा स्टेट दे उत्ते ये अपनी सैकेंड न्यूज़ है। उड़ीसा दे विच ये नोखाई फेस्टिवल मनाया जाता है। ठीक है जी। नैक्सट है इन विच डिस्ट्रिक्ट ऑफ नेपाल द न्यू बिल्डिंग ऑफ श्री स्कूलोचोन हायर सैकेंडरी स्कूल हैज़ बीन बिल्ट विद गवर्नमेंट ऑफ इंडियाज असिस्टेंट? किहड़े नेपाल के किहड़े डिस्ट्रिक्ट दे विच जिहड़ी श्री स्कूलोचोन हायर सैकेंडरी स्कूल है ये बनाया गया है इंडिया की असिस्टेंस के द्वारा। इंडियन गवर्नमेंट तो नेपाल गवर्नमेंट ने मिल के नेपाल के किहड़े डिस्ट्रिक्ट दे विच स्कूल बनाया? ये किहड़े डिस्ट्रिक्ट दे विच बनाया? झापा डिस्ट्रिक्ट। ऑप्शन नंबर ए झापा डिस्ट्रिक्ट। नेपाल्स अटॉर्नी जनरल अग्नि प्रसाद खेरल and Ambassador of India to Nepal Manjeev Singh Puri jointly inaugurate a school building constructed with Indian assistance in Jhalpa district। जिहड़े झलपा डिस्ट्रिक्ट है नेपाल का, उत्थे नेपाल के अटॉर्नी जनरल अग्नि प्रसाद खारेल ते इंडियन एंबेसडर ने जिहड़े नेपाल दे विच उन्हें मनजीव सिंह पुरी दोनों ने मिल के जिहड़ा इनोग्रेट किया स्कूल की बिल्डिंग नूं। ठीक है, स्कूल का नाम की है श्री स्कूलोचोन हायर सैकेंडरी स्कूल। ये इंडिया ने 35.70 मिलियन ग्रांट दी सी नेपाली रुपीज़ दे नाल बनाया गया। ठीक है जी। नैक्सट है IRDAI sets up a panel to revisit 3-year-old trade credit insurance guidelines। जिहड़ी क्रेडिट इंश्योरेंस की गाइडलाइंस ने और 3 साल पुरानियां ने उसनूं रीन्यू करन दे लई उसनूं चेंजिस या फिर उसदे विच कोई भी चेंज करना है उसके लिए एक पैनल बनाया IRDAI ने। IRDAI की फुल फॉर्म की है मैं पहले दस चुकी हाँ, इंश्योरेंस रेगुलेटरी डेवलपमेंट अथॉरिटी ऑफ इंडिया। ठीक है, इसके हैड कौन ने? जी 3 पैनल बनाया है उस पैनल को कौन हैड करेगा? उस पैनल को हैड करेगा अतुल सहाय। अतुल सहाय जी उसनों हैड करनगे। इस पैराग्राफ में पढ़ लेने आप। इंश्योरेंस रेगुलेटरी IRDAI हैव डिसाइडेड टू रिव्यू इट्स 3-year-old guidelines on trade credit insurance in line with the changing requirements of the market। मार्केट के जोड़े भी चेंजिस आ रहे हैं उस कारण IRDAI ने अपनी गाइडलाइंस को चेंज करने के लिए पैनल बनाया। ठीक है, उस पैनल को हैड कौन करेगा? द इंश्योरेंस रेगुलेटरी एंड डेवलपमेंट अथॉरिटी ऑफ इंडिया हैज सेट अप ए 9-member वर्किंग ग्रुप हैडेड बाय न्यू इंडिया इंश्योरेंस CMD। जो न्यू इंडिया इंश्योरेंस के CMD ने अतुल सहाय उसनों हैड करेंगे। ठीक है जी। नैक्सट है ESIC हैज़ टाइड अप विद विच बैंक टू प्रोवाइड इलैक्ट्रॉनिक पेमेंट सर्विसेज फॉर बेनीफिशरीज ऑफ ESIC। ESIC जिहड़ी है उन्हें किस बैंक के नाल टाई अप किया है ताकि ESIC के जिहड़े बेनीफिशरीज ने उन्होंने इलैक्ट्रॉनिक पेमेंट दी जा सके। ठीक है, किहड़े बैंक के नाल किया है? ऑप्शन नंबर डी स्टेट बैंक ऑफ इंडिया SBI के नाल। ESIC की फुल फॉर्म है जी इंप्लॉयज स्टेट इंश्योरेंस कॉरपोरेशन। ESIC इंप्लॉयज स्टेट इंश्योरेंस कॉरपोरेशन इन्होंने किन्ना पार्टनरशिप की है? स्टेट बैंक ऑफ इंडिया के नाल ताकि पेमेंट्स नूं सीधा बैंक अकाउंट से भी ट्रांसफर किए जा सकन। ठीक है जी, ये गल याद रखियो। नैक्सट क्वेश्चन है
Which among the following banks has deployed robotic arms to count currency notes? ਕਿਹੜੇ ਬੈਂਕ ਨੇ ਰੋਬੋਟਿਕ ਆਰਮਸ ਨੂੰ ਡਿਪਲੋਏ ਕੀਤਾ ਹੈ ਕਰੰਸੀ ਨੋਟਸ ਨੂੰ ਕਾਊਂਟ ਕਰਨ ਦੇ ਲਈ, ਨੋਟਾਂ ਨੂੰ ਕਾਊਂਟ ਕਰਨ ਦੇ ਲਈ ਰੋਬੋਟਿਕ ਆਰਮਸ ਦਾ ਯੂਜ਼ ਕੀਤਾ ਹੈ? ਕਿਹੜੇ ਬੈਂਕ ਨੇ ਕੀਤਾ? ਆਪਸ਼ਨ ਨੰਬਰ ਏ ICICI ਬੈਂਕ। ICICI bank. The robots are taking over one more function as the country's second largest private lender. ਇਹ ਗੱਲ ਯਾਦ ਰੱਖਿਓ ਕਿ ICICI ਬੈਂਕ ਹੈ ਜਿਹੜਾ ਉਹ ਇੰਡੀਆ ਦਾ ਸੈਕਿੰਡ ਲਾਰਜੈਸਟ ਪ੍ਰਾਈਵੇਟ ਲੈਂਡਰ ਬੈਂਕ ਹੈ। ਠੀਕ ਹੈ ਜੀ, ਸੈਕਿੰਡ ਲਾਰਜੈਸਟ ਬੈਂਕ ਹੈ ਜਿੰਨੀ ਇਕਨੋਮੀ ਹੈ। ਠੀਕ ਹੈ, ਤੇ ਇਹਨਾਂ ਨੇ ਰੋਬੋਟਿਕ ਆਰਮਸ ਇੰਟਰੋਡਿਊਸ ਕੀਤੀਆਂ ਨੇ। ਨੈਕਸਟ ਹੈ, ਹਾਊ ਮਚ ਅਮਾਊਂਟ ਹੈਜ਼ ਬੀਨ ਅਪਰੂਵਡ ਬਾਈ ਦਾ ਗਵਰਨਮੈਂਟ ਆਫ ਇੰਡੀਆ ਫॉर कैपिटल इन्फ्यूजन इन IDBI बैंक? IDBI बैंक ਦੇ ਵਿੱਚ ਕਿੰਨੀ ਅਮਾਊਂਟ ਅਪਰੂਵ ਕੀਤੀ ਹੈ ਗਵਰਨਮੈਂਟ ਆਫ ਇੰਡੀਆ ਨੇ ਕੈਪੀਟਲ ਇਨਫਿਊਜ਼ਨ ਦੇ ਲਈ? ਕੈਪੀਟਲ ਇਨਫਿਊਜ਼ਨ ਦੇ ਲਈ ਕਿੰਨੀ ਬੈਂਕ ਕੀਤੀ ਹੈ? ਆਪਸ਼ਨ ਨੰਬਰ B 9300 ਕਰੋੜ 9300 ਕਰੋੜ ਰੁਪੀਸ। ਆਪਾਂ ਪੈਰਾਗ੍ਰਾਫ ਦੇ ਵਿੱਚ ਫੁੱਲ ਨਿਊਜ਼ ਪੜ੍ਹ ਲੈਂਦੇ ਹਾਂ। The government has approved rupees 9300 crore fund infusion in IDBI bank to help improve the bank's capital base and turn its profitable. ਜਿਹੜਾ IDBI ਬੈਂਕ ਹੈ ਇਹ ਘਾਟੇ 'ਚ ਚੱਲ ਰਿਹਾ ਸੀਗਾ, ਉਸ ਨੂੰ ਪ੍ਰੋਫਿਟ 'ਤੇ ਲਿਆਉਣ ਦੇ ਲਈ ਅਤੇ ਉਸਦੀ ਕੰਡੀਸ਼ਨ ਸੁਧਾਰਨ ਦੇ ਲਈ IDBI ਬੈਂਕ ਦੀ ਗਵਰਨਮੈਂਟ ਨੇ 9300 ਕਰੋੜ ਰੁਪਇਆ ਐਜ਼ ਇਨਫਿਊਜ਼ਨ ਉਸ ਬੈਂਕ ਵਿੱਚ ਰੱਖਿਆ, ਜਿਸ ਦੇ ਵਿੱਚੋਂ 4557 ਕਰੋੜ ਗਵਰਨਮੈਂਟ ਪੇ ਕਰੇਗੀ ਅਤੇ ਬਾਕੀ ਦਾ LIC ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਪੇ ਕਰ ਰਹੀ ਹੈ। ਠੀਕ ਹੈ ਜੀ। ਨੈਕਸਟ ਹੈ, ਜੁਆਇੰਟ ਇੰਡੀਆ NDB ਵਰਕਸ਼ਾਪ on enhancing NDB's engagement with the India private and public sector was held in which city? India ਤੇ NDB ਦੀ ਫੁੱਲ ਫੋਰਮ ਕੀ ਹੈ? NDB ਦੀ ਫੁੱਲ ਫੋਰਮ ਕੀ ਹੈ? ਇਹ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਿਓ, ਇੱਥੇ ਮੈਨੇ ਲਿਖੀ ਨਹੀਂ ਹੈ, ਇਹ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੱਸ ਦਿੱਤਾ ਜਾਏਗਾ। ਜਿਹੜੀ NDB ਹੈ ਅਤੇ ਉਸਨੂੰ ਇੰਡੀਆ ਦੇ ਪ੍ਰਾਈਵੇਟ ਅਤੇ ਪਬਲਿਕ ਸੈਕਟਰ ਦੇ ਨਾਲ ਇੰਗੇਜ ਕਰਨ ਦੇ ਲਈ ਕਿਹੜੀ ਵਰਕਸ਼ਾਪ ਕਿੱਥੇ ਹੋਏਗੀ? ਜਿਹੜੀ ਵਰਕਸ਼ਾਪ ਹੋਏਗੀ ਉਹ ਹੋਏਗੀ ਦਿੱਲੀ ਦੇ ਵਿੱਚ। ਦਿੱਲੀ ਦੇ ਵਿੱਚ ਵਰਕਸ਼ਾਪ ਹੋਏਗੀ। ਇੱਕ ਕੋਆਰਗਨਾਈਜ਼ ਕੌਣ ਕਰੇਗਾ? NDB ਅਤੇ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ। ਇਕਨੋਮਿਕ ਅਫੇਅਰਸ ਮਿਨਿਸਟਰ ਕੌਣ ਨੇ ਆਪਣੇ? ਇਕਨੋਮਿਕ ਅਫੇਅਰਸ ਜਿਹੜੇ ਮਿਨਿਸਟਰ ਨੇ, ਸੌਰੀ ਇਹ ਮਿਨਿਸਟਰੀ ਆਫ ਫਾਈਨੈਂਸ ਦੇ ਅੰਡਰ ਆ ਜਾਂਦਾ। ਫਾਈਨੈਂਸ ਮਿਨਿਸਟਰ ਜਿਹੜੇ ਆਪਣੇ ਫਾਈਨੈਂਸ ਮਿਨਿਸਟਰ ਨੇ ਕੌਣ ਨੇ? ਇਹ ਲੇਡੀ ਨੇ। ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਕਿ ਫਾਈਨੈਂਸ ਮਿਨਿਸਟਰ ਕੌਣ ਨੇ। ਇਹਨਾਂ ਦੇ ਨਾਲ ਇਹਨਾਂ ਕੋਲ ਕੋਆਪਰੇਟ ਮਿਨਿਸਟਰੀ ਵੀ ਹੈ। ਠੀਕ ਹੈ, ਅਤੇ ਇਹ ਰਾਜ ਸਭਾ MP ਨੇ। ਇਹ ਵੀ ਤੁਸੀਂ ਦੱਸਣਾ ਕਿ ਰਾਜ ਸਭਾ MP ਕਿੱਥੋਂ ਨੇ। ਠੀਕ ਹੈ, ਲੇਡੀ ਨੇ ਜਿਹੜੇ, ਇਹਨਾਂ ਦਾ ਨਾਮ ਫਾਈਨੈਂਸ ਮਿਨਿਸਟਰ ਨੇ, ਇਹਨਾਂ ਦਾ ਨਾਮ ਅਤੇ ਇਹਨਾਂ ਦਾ ਕੌਂਸਟੀਟੂਐਂਸੀ ਕਿੱਥੋਂ, ਜਿਹੜੇ ਰਾਜ ਸਭਾ MP ਨੇ ਇਹ ਕਿੱਥੋਂ ਬਣੇ ਹੋਏ ਨੇ, ਉਹ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਰਕੇ ਦੱਸਿਓ। ਠੀਕ ਹੈ ਜੀ। NDB ਹੈ ਇਹ ਜਿਹੜੇ ਐਸਟੈਬਲਿਸ਼ ਹੋਈ ਕਿਹਨਾਂ ਨੇ ਕੀਤੀ ਸੀ? ਇਹ ਕੀਤੀ ਸੀ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਅਤੇ ਸਾਊਥ ਅਫਰੀਕਾ। ਜਿਹੜੀ BRICS ਕੰਟਰੀ ਨੇ, ਜਿਹੜੀ BRICS ਗਰੁੱਪ ਹੈ ਆਪਣਾ, ਜਿਹਦੇ ਵਿੱਚ ਇੰਡੀਆ ਵੀ ਪਾਰਟ ਹੈ। ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, 5 ਕੰਟਰੀਜ਼ ਦਾ ਗਰੁੱਪ ਹੈ ਇਹ। ਇਹਨਾਂ ਨੇ NDB ਨੂੰ ਬਣਾਇਆ ਸੀਗਾ। ਠੀਕ ਹੈ, ਇਸਦੀ ਫੁੱਲ ਫਾਰਮ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਿਓ। ਨੈਕਸਟ ਹੈ, ਹੂ ਹੈਜ਼ ਬੀਨ ਇਲੈਕਟਡ ਐਜ਼ ਚੇਅਰਮੈਨ ਆਫ ਐਸੋਸੀਏਸ਼ਨ ਆਫ ਵਰਲਡ ਇਲੈਕਸ਼ਨ ਬੋਡੀਜ਼ ਫੋਰ ਦਾ ਟਰਮ 2019 to 21? ਜਿਹੜੇ ਚੇਅਰਮੈਨ ਬਣਾਏ ਗਏ ਨੇ ਐਸੋਸੀਏਸ਼ਨ ਆਫ ਵਰਲਡ ਇਲੈਕਸ਼ਨ ਬੋਡੀਜ਼ ਦੇ, ਉਹਨਾਂ ਦਾ ਨਾਮ ਕੀ ਹੈ? ਉਹ ਬਣਾਏ ਗਏ ਨੇ ਆਪਸ਼ਨ ਨੰਬਰ C ਸੁਨੀਲ ਅਰੋੜਾ। ਜਿਹੜੇ ਸੁਨੀਲ ਅਰੋੜਾ ਨੇ ਉਹ ਚੇਅਰਮੈਨ ਬਣਾਏ ਗਏ ਨੇ ਕਿਸ ਦੇ? ਐਸੋਸੀਏਸ਼ਨ ਆਫ ਵਰਲਡ ਇਲੈਕਸ਼ਨ ਬੋਡੀਜ਼ ਦੇ। ਸੁਨੀਲ ਅਰੋੜਾ ਆਪਣੇ ਕੀ ਨੇ? ਆਪਣੇ ਚੀਫ ਇਲੈਕਸ਼ਨ ਕਮਿਸ਼ਨਰ ਨੇ। ਠੀਕ ਹੈ ਜੀ, ਇਹ ਗੱਲ ਵੀ ਯਾਦ ਰੱਖਿਓ। ਚੀਫ ਇਲੈਕਸ਼ਨ ਕਮਿਸ਼ਨਰ ਨੇ ਜਿਹੜੇ ਸੁਨੀਲ ਅਰੋੜਾ, ਉਹ ਕੌਣ ਬਣਾਏ ਗਏ ਨੇ? ਚੇਅਰਮੈਨ ਆਫ ਐਸੋਸੀਏਸ਼ਨ ਆਫ ਵਰਲਡ ਇਲੈਕਸ਼ਨ ਬੋਡੀਜ਼। ਠੀਕ ਹੈ। ਨੈਕਸਟ ਹੈ, ਦ ਜੁਆਇੰਟ ਮਿਲਟਰੀ ਐਕਸਰਸਾਈਜ਼ ਯੁੱਧ ਅਭਿਆਸ 2019 ਵਿਲ ਬੀ ਹੈਲਡ ਬਿਟਵੀਨ ਇੰਡੀਅਨ ਆਰਮੀ ਵਿਦ ਵਿਚ ਕੰਟਰੀ? ਜਿਹੜਾ ਯੁੱਧ ਅਭਿਆਸ ਐਕਸਰਸਾਈਜ਼ ਹੈ ਉਹ ਇੰਡੀਆ ਦੀ ਕਿਹੜੀ ਕੰਟਰੀ ਦੇ ਨਾਲ ਹੈ? ਇਹ ਹੈ USA ਦੇ ਨਾਲ। ਕਿਹੜੀ ਕੰਟਰੀ ਦੇ ਨਾਲ? USA ਦੇ ਨਾਲ। ਇਹ ਕਿੱਥੇ ਹੋਏਗੀ? ਇਹ ਹੋਏਗੀ ਜੁਆਇੰਟ ਬੇਸ ਲੂਇਸ MC ਕੋਡ ਵਾਸ਼ਿੰਗਟਨ USA। ਵਾਸ਼ਿੰਗਟਨ ਦੇ USA ਦੇ ਵਾਸ਼ਿੰਗਟਨ ਦੇ ਵਿੱਚ ਜਿਹੜਾ ਜੁਆਇੰਟ ਬੇਸ ਲੂਇਸ MC ਕੋਡ ਹੈ, ਬੇਸ ਹੈ ਉਹਨਾਂ ਦਾ USA ਦਾ, ਆਰਮੀ ਦਾ, ਤਾਂ ਉੱਥੇ ਇਹ ਐਕਸਰਸਾਈਜ਼ ਹੋਏਗੀ। ਠੀਕ ਹੈ, 15th ਐਡੀਸ਼ਨ ਹੈ, ਇਹ ਗੱਲ ਵੀ ਤੁਸੀਂ ਯਾਦ ਰੱਖਿਓ। ਯੁੱਧ ਅਭਿਆਸ। ਨੈਕਸਟ ਹੈ, ਨੇਮ ਦਾ ਹੋਮ ਗਰਾਊਂਡ ਡਰੋਨ
launched by Iranian army that is capable of carrying long time surveillance missions and hitting the targets with high precision। ਜਿਹੜਾ ਹੋਮ ਗਰਾਊਂਡ ਡਰੋਨ ਹੈ ਲਾਂਚ ਕੀਤਾ ईरान ਦੀ ਜਿਹੜੀ ਆਰਮੀ ਹੈ ਜਿਹੜਾ ਕੀ ਕਰ ਸਕਦਾ ਹੈ ਲੌਂਗ ਟਾਈਮ ਸਰਵੇਲੈਂਸ ਮਿਸ਼ਨਸ ਜਿਹੜੇ ਕਾਫੀ ਲੰਬੇ ਸਮੇਂ ਤੱਕ ਸਰਵੇਲੈਂਸ ਮਿਸ਼ਨ ਦੇ ਵਿੱਚ ਜਾ ਸਕਦਾ ਹੈ ਤੇ ਟਾਰਗੇਟਸ ਨੂੰ ਹਾਈ ਐਕੂਰੇਸੀ ਦੇ ਨਾਲ ਹਿੱਟ ਕਰ ਸਕਦਾ ਹੈ। उसका नाम की है? उसका नाम है ऑप्शन नंबर बी क्यान। उसका नाम है क्यान। जी ईरान की आर्मी है उन्होंने अपना जेट्रोप्लोइड ड्रोन इशू किया है जिसका नाम क्यान है जोड़ा काफ़ी टाइम तक सर्वेलेंस कर सकता है तो इस दे नाल हाई जो अपने टारगेट्स ने उन्होंने हाई एक्यूरेसी के नाल मार सकता है। ठीक है जी। नैक्सट है एशियान US मैरीटाइम एक्सरसाइज बिगिनस इन। जी एशियान कंट्री ने तो नाल USA की मैरीटाइम एक्सरसाइज जी नेवी एक्सरसाइज है वो कित्थे हुई है? वो कित्थे शुरू हुई है? वो हुई है थाईलैंड दे विच। कित्थे हुई है? थाईलैंड दे विच। US नेवी एंड मैरीटाइम फोर्सेस फ्रॉम द एसोसिएशन ऑफ साउथ ईस्ट एशियन नेशंस will begin in first Asian US maritime exercise with opening ceremonies at Sattahip Naval Base Thailand एंड बेस है थाईलैंड दे विच इत्थे शुरू हुई है तो एंड होएगी सिंगापुर दे विच। ये गल नूं याद रखियो। नैक्सट है एशियाज फर्स्ट फिफ्थ जनरेशन वर्चुअल रियलिटी बेस्ड एडवांस ड्राइवर ट्रेनिंग सिमुलेटर सेंटर वाज लॉन्च इन विच सिटी। एशिया दा फर्स्ट फिफ्थ जनरेशन वर्चुअल रियलिटी बेस्ड जिहड़ा एडवांस ड्राइवर ट्रेनिंग सिमुलेटर सेंटर है ये कित्थे बनाया गया है? ये बनाया गया है ऑप्शन नंबर ए चेन्नई दे विच। चेन्नई दे विच यह बनाया गया एशिया का फर्स्ट फिफ्थ जनरेशन वर्चुअल रियलिटी बेस्ड एडवांस ड्राइवर ट्रेनिंग सिमुलेटिंग सेंटर। ठीक है। एक कित्थे बनाया? ऑटोमोबाइल एसोसीएशन ऑफ साउदर्न इंडिया सेंटर दे विच बनाया गया जिहड़ा कित्थे है चेन्नई दे विच। ठीक है। पहले 6 मंथ दे विच किन्हां नूं ट्रेन करेगा? 200 एंबूलेंस के ड्राइवर्स नूं ट्रेन करेगा फ्री ऑफ कॉस्ट बिना किसी पैसे तो 200 एंबूलेंस ड्राइवर्स नूं टीच करेगा या फिर ट्रेन करेगा। ठीक है जी। व्हाट इज़ द रैंक ऑफ इंडिया इन द मेडल टेबल ऑफ द 2019 सीजन ऑफ ISSF वर्ल्ड कप राइफल पिस्टल चैंपीयनशिप सीरीज़। इंडिया का किन्नवां रैंक सीगा मेडल टेबल दे विच जो 2019 होया सीगा ISF वर्ल्ड कप राइफल पिस्टल चैंपीयनशिप सीरीज़। किन्नवां रैंक सी इंडिया का? इंडिया का रैंक सी फस्ट रैंक सी। ठीक है जी। ये कित्थे होईयां सीगा? रियो दी जनारियो दे विच होईयां सीगियां जिसदे विच अभिषेक वर्मा 10 मीटर एयर पिस्टल मैन दे विच उन्होंने अवार्ड मैडल जित्तिया सी। एलेवनिल वेलेवेरन 10 मीटर एयर राइफल वूमैन का जित्तिया सी। मनु भाकर ते सौरभ चौधरी ने रिमार्केबल कमबैक सीगा उन्हां दा मिक्सड 10 मीटर एयर पिस्टल दे विच गोल्ड जित्तिया सीगा। कमबैक का मतलब जो काफ़ी टाइम बाद वापस ही करते होंगे ने उसनूं कमबैक कहा जाता है। जिस नाल रियो दे जनेरियो दे विच इंडिया दा टॉप प्लेस ते आए सीगे विद द मैक्सिमम नंबर ऑफ मैडल्स। ठीक है जी। हू डेथ्रोन्स विराट कोहली टू बिकम टॉप बैट्समैन इन ICC टेस्ट रैंकिंग्स। विराट कोहली नूं पिछे करके केड़ा टॉप बैट्समैन बनया ICC टेस्ट रैंकिंग दे विच? स्टीव स्मिथ ने इंडियन कैप्टन विराट कोहली नूं पिछे कर दिता है जिस नाल यह नंबर 1 स्पोर्ट ते ICC की क्रिकेट जी रैंकिंग होंदी है उस पहुँच चुके हैं। पहले विराट कोहली फस्ट नंबर से सीगे हुण विराट कोहली सैकेंड नंबर पर आ गए हैं तो फस्ट नंबर पर कौन आ गया? स्टीव स्मिथ। ठीक है। जिन्होंने कोल कितने पॉइंट्स ने? 903 पॉइंट्स ने। ठीक है जी। नैक्सट है September 5 इज ऑब्जर्व्ड एज इंटरनेशनल डे ऑफ चैरिटी इन द मेमोरी ऑफ विच इंटरनेशनल पर्सनैलिटी। जो September 5 है उसनूं इंटरनेशनल डे ऑफ चैरिटी कहा जाता है वो किसकी याद दे विच मनाया जाता है? वो मनाया जाता है ऑप्शन नंबर सी मदर टेरेसा की। मदर टेरेसा की याद दे विच जो 5 सितंबर है उसनूं इंटरनेशनल डे ऑफ चैरिटी मनाया जाता है। ठीक है। ये किसने डिकलेयर किया सीगा? यूनाइटेड नेशन जनरल असैंबली ने डिकलेयर किया सीगा 2012 दे विच कि अज तो 5 सितंबर नूं इंटरनेशनल डे ऑफ चैरिटी मनाया जाएगा। ठीक है। किस लिए मनाया जाएगा? मदर टेरेसा का जो कॉन्ट्रीब्यूशन सीगा ਜਿਹੜੇ ਪੀਪਲ ਨੀਡ ਦੇ ਵਿੱਚ ਸੀਗੇ ਲੋਕ ਤੰਗ ਜਿਹੜੇ ਪਰੇਸ਼ਾਨ ਸੀਗੇ ਭੁੱਖੇ ਸੀਗੇ ਉਹਨਾਂ ਦੀ ਹੈਲਪ ਦੇ ਵਿੱਚ। ਠੀਕ ਹੈ ਜੀ।
टीचर्स डे इज सेलिब्रेटेड ऑन September 5th एवरी ईयर इन द मैमोरी ऑफ विच फॉर्मर प्रेजिडेंट ऑफ इंडिया। ਜਿਹੜਾ 5 ਸਤੰਬਰ ਨੂੰ ਟੀਚਰਸ ਡੇ ਮਨਾਇਆ ਜਾਂਦਾ, ਨੈਸ਼ਨਲ ਟੀਚਰਸ ਡੇ, ਉਹ ਕਿਹਨਾਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ? ਉਹ ਮਨਾਇਆ ਜਾਂਦਾ ਹੈ ਸਰਵਪੱਲੀ ਰਾਧਾਕ੍ਰਿਸ਼ਨਨ। ਜਿਹੜੇ ਸਰਵਪੱਲੀ ਰਾਧਾਕ੍ਰਿਸ਼ਨਨ ਆਪਣੇ ਪ੍ਰੈਜ਼ੀਡੈਂਟ ਸੀਗੇ ਇੰਡੀਆ ਦੇ, ਉਹਨਾਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ। ਠੀਕ ਹੈ ਜੀ। What is the total fund size of the newly launched Overseas Citizen of India investment platform? ਜਿਹੜਾ OCI Overseas Citizen of India ਦਾ total fund size ਕਿੰਨਾ ਹੈ? ਉਹ ਕਿੰਨਾ ਹੈ? ਉਹ ਹੈ ਆਪਸ਼ਨ ਨੰਬਰ A, $100 billion $100 billion ਜਿਹੜੇ BK ਮੋਦੀ ਨੇ, ਚੇਅਰਮੈਨ ਆਫ ਸਮਾਰਟ ਗਰੁੱਪ ਐਂਡ ਸਿੰਗਾਪੁਰ ਬੇਸਡ ਸਪਾਈਸ ਗਲੋਬਲ, ਅਨਾਊਂਸ ਕੀਤਾ ਕਿ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਦਾ ਪ੍ਰਪੋਜ਼ ਫੰਡ ਕਿੰਨਾ ਹੈ? $100 ਬਿਲੀਅਨ ਨੇ। ਠੀਕ ਹੈ ਜੀ, ਇਹ ਗੱਲ ਯਾਦ ਰੱਖਿਓ। ਕਿਹਨਾਂ ਨੇ ਅਨਾਊਂਸ ਕੀਤਾ? BK ਮੋਦੀ ਨੇ। ਕੌਣ ਨੇ ਇਹ? ਚੇਅਰਮੈਨ ਆਫ ਸਮਾਰਟ ਗਰੁੱਪ ਐਂਡ ਸਿੰਗਾਪੁਰ ਬੇਸਡ ਸਪਾਈਸ ਗਲੋਬਲ ਦੇ। ਠੀਕ ਹੈ ਜੀ। ਵੈਸ਼ਨੋ ਦੇਵੀ ਸ਼ਰਾਈਨ adjudged as best Swachh iconic place in India. The place is located in which state? ਜਿਹੜਾ ਵੈਸ਼ਨੋ ਦੇਵੀ ਦਾ ਸ਼ਰਾਈਨ ਬੋਰਡ ਹੈ, ਉਸ ਨੂੰ ਬੈਸਟ ਸਵੱਛ ਆਈਕੋਨਿਕ ਪਲੇਸ ਕਿਹਾ ਗਿਆ ਹੈ। ਇੱਕ ਪਲੇਸ ਕਿੱਥੇ ਲੋਕੇਟਡ ਹੈ? ਇਹ ਲੋਕੇਟਡ ਹੈ ਜੰਮੂ ਐਂਡ ਕਸ਼ਮੀਰ ਦੇ ਵਿੱਚ। ਕਿੱਥੇ ਲੋਕੇਟਡ ਹੈ? ਜੰਮੂ ਐਂਡ ਕਸ਼ਮੀਰ ਦੇ ਵਿੱਚ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਇਹ ਜੰਮੂ ਐਂਡ ਕਸ਼ਮੀਰ ਦੇ ਵਿੱਚ ਹੈ। ਇਸ ਨੂੰ ਕੀ ਦਿੱਤਾ ਗਿਆ ਹੈ? ਬੈਸਟ ਸਵੱਛ ਆਈਕੋਨਿਕ ਪਲੇਸ ਦਾ ਅਵਾਰਡ ਦਿੱਤਾ ਗਿਆ। ਠੀਕ ਹੈ ਜੀ। ਇਹ ਲਿਸਟ ਕਿਹਨਾਂ ਨੇ ਰਿਲੀਜ਼ ਕੀਤੀ ਹੈ? ਮਿਨਿਸਟਰੀ ਆਫ ਜਲ ਸ਼ਕਤੀ, ਮਿਨਿਸਟਰੀ ਆਫ ਡਰਿੰਕਿੰਗ ਵਾਟਰ ਐਂਡ ਸੈਨੀਟੇਸ਼ਨ। ਠੀਕ ਹੈ ਜੀ, ਇਹ ਗੱਲ ਯਾਦ ਰੱਖਿਓ। ਨੈਕਸਟ ਹੈ, recently which state police has launched a C-Plan smartphone application that will help them to keep a tab on anti-social elements to counter their nefarious designs in time? ਕਿਹੜੀ ਸਟੇਟ ਪੁਲਿਸ ਨੇ ਲਾਂਚ ਕੀਤੇ C-Plan ਐਪਲੀਕੇਸ਼ਨ ਹੈ? ਕਿਹੜੀ ਸਟੇਟ ਪੁਲਿਸ ਨੇ ਲਾਂਚ ਕੀਤੀ ਹੈ? ਇਹ ਕੀਤੀ ਹੈ ਉੱਤਰ ਪ੍ਰਦੇਸ਼ ਨੇ। ਜਿਹੜੀ ਉੱਤਰ ਪ੍ਰਦੇਸ਼ ਦੀ ਪੁਲਿਸ ਹੈ, ਉਸਨੇ C-Plan ਸਮਾਰਟਫੋਨ ਐਪਲੀਕੇਸ਼ਨ ਬਣਾਈ ਹੈ, ਜਿਸ ਨਾਲ ਉਹ ਟੈਰਰ ਦੇ ਉੱਤੇ ਜਾਂ ਫਿਰ ਐਂਟੀ ਸੋਸ਼ਲ ਐਲੀਮੈਂਟਸ ਨੇ ਉਹਨਾਂ ਉੱਤੇ ਨਜ਼ਰ ਰੱਖ ਸਕਦੇ ਨੇ। ਠੀਕ ਹੈ ਜੀ। ਨੈਕਸਟ ਹੈ, ਜੈ ਭੀਮ ਮੁੱਖ ਮੰਤਰੀ ਯੋਜਨਾ ਇਜ਼ ਏ ਸੋਸ਼ਲ ਵੈਲਫੇਅਰ ਸਕੀਮ ਲਾਂਚਡ ਬਾਈ ਵਿਚ ਸਟੇਟ? ਜਿਹੜੀ ਜੈ ਭੀਮ ਮੁੱਖ ਮੰਤਰੀ ਯੋਜਨਾ ਹੈ, ਇਹ ਕਿਹੜੀ ਸੋਸ਼ਲ ਸਟੇਟ ਨੇ ਸਕੀਮ ਲਾਂਚ ਕੀਤੀ ਹੈ? ਇਸ ਲਾਂਚ ਕੀਤੀ ਹੈ ਆਪਸ਼ਨ ਨੰਬਰ A, ਦਿੱਲੀ। ਦਿੱਲੀ ਕੈਬਨਿਟ decided to include other backward classes OBC ਤੇ ਜਨਰਲ ਕੈਟੇਗਰੀ ਸਟੂਡੈਂਟਸ in its ਜੈ ਭੀਮ ਮੁੱਖ ਮੰਤਰੀ ਯੋਜਨਾ, ਜਿਹੜੀ ਕੀ ਪ੍ਰੋਵਾਈਡ ਕਰੇਗੀ? ਫਾਈਨੈਂਸ਼ੀਅਲ ਅਸਿਸਟੈਂਸ ਪ੍ਰੋਵਾਈਡ ਕਰੇਗੀ 40,000 ਤੋਂ 1 ਲੱਖ ਰੁਪਏ ਤੱਕ ਦਾ ਵੇਰੀਅਸ ਐਗਜ਼ਾਮਸ ਦੀ ਕੋਚਿੰਗ ਦੇ ਲਈ। ਵੇਰੀਅਸ ਐਗਜ਼ਾਮਸ ਦੀ ਕੋਚਿੰਗ ਦੇ ਲਈ 40,000 ਤੋਂ 1 ਲੱਖ ਰੁਪਏ ਤੱਕ ਦੀ ਫਾਈਨੈਂਸ਼ੀਅਲ ਅਸਿਸਟੈਂਸ ਪ੍ਰੋਵਾਈਡ ਕਰੇਗੀ। ਠੀਕ ਹੈ ਜੀ। ਨੈਕਸਟ ਹੈ, The Reserve Bank of India has made it mandatory for the banks to link all new floating rate personal or retail loans and floating rate loans extended to MSME to external benchmarks. Which among the following external benchmarks is not among those that can be chosen by the banks to link the scheme? एक ही चीज़ है कि RBI ने मैंडेटरी किया है कि जिन्ने भी पर्सनल ਤੇ ਰਿਟੇਨਰ ਲੋਨਸ ਨੇ ਮਾਈਕਰੋ ਸਮੋਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਨੂੰ ਦਿੱਤੇ ਗਏ ਨੇ, ਉਸ ਨੂੰ ਐਕਸਟਰਨਲ ਬੈਂਚਮਾਰਕਸ ਦੇ ਨਾਲ ਲਿੰਕ ਕਰੋ। ਉਸ ਨੂੰ ਲਿੰਕ ਕਰਨ ਦੇ ਲਈ ਜਿਹੜੇ ਕਿਹੜੇ ਐਕਸਟਰਨਲ ਬੈਂਚਮਾਰਕਸ ਨੇ ਜਿਹੜੇ ਉਸ ਲਿਸਟ ਦੇ ਵਿੱਚ ਨਹੀਂ ਹੈ, ਕਿਹੜੇ ਕਿਹੜੇ ਨੇ? ਉਹ ਨੇ ਆਪਸ਼ਨ ਨੰਬਰ D, ਐਨੀ ਬੈਂਚਮਾਰਕ ਇੰਟਰਸਟ ਰੇਟ। NPCI ਦੇ ਦੁਆਰਾ ਕੋਈ ਵੀ ਜਿਹੜਾ ਬੈਂਚਮਾਰਕ ਹੈ ਜਿਹੜਾ ਪਬਲਿਸ਼ ਹੈ, ਉਸ ਨੂੰ ਲਿੰਕ ਕਰਨ ਦੀ ਜ਼ਰੂਰਤ ਨਹੀਂ ਹੈ। ਆਪਾਂ ਫੁੱਲ ਨਿਊਜ਼ ਪੜ੍ਹ ਲੈਂਦੇ ਹਾਂ। RBI has made it mandatory for the banks to link floating rate loans for housing, automobiles and MSME to external benchmark। 1 ਅਕਤੂਬਰ ਤੋਂ ਪਹਿਲੇ ਉਹਨਾਂ ਨੂੰ ਐਕਸਟਰਨਲ ਬੈਂਚਮਾਰਕ ਦੇ ਨਾਲ ਉਹਨਾਂ ਨੂੰ ਲਿੰਕ ਕਰਨਾ ਪਏਗਾ। ਅਤੇ ਉਸ ਦੇ ਵਿੱਚ ਕਿਹੜੀ ਚੀਜ਼ ਐਡ ਨਹੀਂ ਹੈ? ਕਿਹੜੀ ਚੀਜ਼ ਐਡ ਨਹੀਂ ਹੈ? ਉਹ ਹੈ NPIC ਦੇ ਦੁਆਰਾ ਜਿਹੜੇ ਵੀ ਐਕਸਟਰਨਲ ਬੈਂਚਮਾਰਕਸ ਨੇ, NPCI ਦੇ ਦੁਆਰਾ ਜਿਹੜੇ ਬੈਂਚਮਾਰਕਸ ਨੇ। ਠੀਕ ਹੈ ਜੀ, ਇਹ ਗੱਲ ਯਾਦ ਰੱਖਿਓ। ਨੈਕਸਟ ਹੈ, ਅਕੋਰਡਿੰਗ ਟੂ ਲੇਟੈਸਟ ਐਸਟੀਮੇਟ ਆਫ ਰੇਟਿੰਗ ਏਜੰਸੀ CRISIL, what is the GDP growth of India for the financial year 2019-20? ਅਕੋਰਡਿੰਗ ਟੂ ਜਿਹੜਾ ਲੇਟੈਸਟ ਐਸਟੀਮੇਟ ਹੈ CRISIL ਦਾ, ਉਹਨਾਂ ਨੇ GDP ਗਰੋਥ ਇੰਡੀਆ ਦੀ ਕਿੰਨੀ ਫੋਰਕਾਸਟ ਕਰੀ ਹੈ?
वो कितनी करी है, वो करी ऑप्शन नंबर बी 6.3%। पहले इन्होंने 6.9% की थी तो हुण इन्होंने 6.3% फोरकास्ट की है। ठीक है जी। नेक्स्ट है, हु इज़ गोइंग टू बी ऑनर्ड विद UEFA प्रेजिडेंट्स अवार्ड। UEFA प्रेजिडेंट्स अवार्ड किन्हां नूं दिता जाएगा, एरिक कैंटोना नूं। एरिक कैंटोना नूं, जिहड़े फॉर्मर मैनचेस्टर यूनाइटेड एंड फ्रांस लैजेंड ने, एरिक कैंटोना, इन्हां नूं UEFA प्रेजिडेंट अवार्ड दिता जाएगा। कित्थे दिता जाएगा, एज द चैंपियंस लीग ड्रॉ इन मोनैको। मोनैको दे विच चैंपियंस लीग ड्रॉ दे विच इन्हां नूं दिता जाएगा। ये 53 ईयर्स ओल्ड ने। इन्हां ने की जित्तिया सी, 5 इंग्लिश चैंपीयनशिप्स जित्तियां सीगियां 1919 तो, एंड 2 फ्रेंच टाइटल्स विद मर्सेसाइल। ठीक है जी, ये गल याद रखियो। नेक्स्ट है, हु वाज रिसेंटली कन्फर्ड विद द लैंप ऑफ पीस ऑफ सेंट फ्रांसिस अवार्ड। किन्हां नूं लैंप ऑफ पीस ऑफ सेंट फ्रांसिस अवार्ड दिता गया सी। किन्हां नूं दिता गया सी, ये दिता गया सी ऑप्शन नंबर ए मुहम्मद यूनस। मुहम्मद यूनस नूं दिता गया सी लैंप ऑफ पीस ऑफ सेंट फ्रांसिस। ठीक है, ये कित्थे दिता गया सी, ये दिता गया सी बैसिलिका ऑफ सेंट फ्रांसिस इन असेसी इटली। कित्थे दिता गया सी, इटली दे असीसी दे विच। ठीक है, ये क्यों दिता गया सी, कि उन्होंने, क्योंकि पीस ते हारमनी, उन्होंने शांति फैलाई सी। ठीक है जी, ये कित्थे दे ने, बांग्लादेश के प्रोफैसर ने मुहम्मद यूनस। नेक्स्ट है, हु हैज़ बीन concurrently accredited as next High Commissioner of India to the Kingdom of Lesotho with residence in Pretoria। ਜਿਹੜੇ किंगडम ऑफ लेसोथो है उत्थे अपने इंडिया के नैक्सट हाई कमिश्नर बनाए गए हैं। उन्होंने की नाम है, उन्होंने नाम है ऑप्शन नंबर सी श्री जगदीप सरकार। श्री जगदीप सरकार उत्थे दे एंबेसडर बनाए गए हैं। What is the rank of India in World Travel and Tourism Competitive Index 2019? 2019 ਦਾ ਜਿਹੜਾ ਵਰਲਡ ਟਰੈਵਲ ਐਂਡ ਟੂਰਿਜ਼ਮ ਕੰਪੀਟੀਟਿਵ ਇੰਡੈਕਸ ਰਿਲੀਜ਼ ਹੋਇਆ ਉਸ ਦੇ ਵਿੱਚ ਇੰਡੀਆ ਦਾ ਰੈਂਕ ਕਿੰਨੇ? ਇੰਡੀਆ ਦਾ ਰੈਂਕ ਉਸ ਦੇ ਵਿੱਚ ਹੈ 34। ਕਿੰਨਾ ਰੈਂਕ ਹੈ? 34। ਠੀਕ ਹੈ ਜੀ, ਇਸ ਗੱਲ ਨੂੰ ਯਾਦ ਰੱਖਿਓ ਕਿ ਇੰਡੀਆ ਜਿਹੜਾ ਮੂਵ ਅਪ ਹੋਇਆ 6 ਪਲੇਸਿਸ ਤੋਂ, ਤੇ ਕਿੰਨਾ ਰੈਂਕ ਹੋ ਚੁੱਕਿਆ ਹੁਣ 34। 40 ਤੋਂ 34 रैंक पहुँच चुके हैं इंडिया का। नेक्स्ट है, विच सिटी हैज़ टॉप द EIU's मोस्ट लिवेबल सिटी इन वर्ल्ड 2019 रैंकिंग। मोस्ट लिवेबल सिटी रैंकिंग अनाउंस हुई है, उस टॉप ते किहड़ी सिटी है, उस टॉप ते है वियना। वियना कित्थे है? ऑस्ट्रिया दे विच। ऑस्ट्रिया का जिहड़ा वियना है उत्थे उस सिटी नूं मोस्ट लिवेबल सिटी कहा गया। ठीक है जी। इंडिया की सिटीज़ है जी, दिल्ली का रैंक 118 है, मुंबई का 119 है, जिस 140 कंट्रीज़ के इंडिया के जी 2 सिटीज़ ने, दिल्ली का 118, मुंबई का 119। सैकेंड रैंक मेलबोर्न है, तो थर्ड रैंक सिडनी, फोर्थ रैंक ओसाका, फर्स्ट रैंक किहदा है? वियना ऑस्ट्रिया। वियना ऑस्ट्रिया का। नैक्सट है, विच कंट्री विल होस्ट द FIFA वर्ल्ड कप 2022। ये काफ़ी ईजी क्वेश्चन है कि 2022 का FIFA वर्ल्ड कप कित्थे होस्ट होएगा? ये होएगा कतर दे विच। ऑप्शन नंबर ए कतर दे विच 2022 का वर्ल्ड कप होस्ट होएगा। 2026 का कित्थे होएगा फ्रेंड्स? 2026 का US मैक्सीको दे विच होएगा। US मैक्सीको दे विच होएगा। सॉरी, कैनेडा, US, मैक्सीको, 3 कंट्रीज होस्ट करनी है, कैनेडा, US, मैक्सीको। नेक्स्ट है, हु हैज़ बीन अपॉइंटेड एज पाकिस्तान हेड कोच ऑफ मैन क्रिकेट टीम एंड चीफ सिलेक्टर ऑन अ 3 ईयर कॉन्ट्रैक्ट। किन्हां नूं अपॉइंट किया गया पाकिस्तान के हेड कोच इंडियन क्रिकेट टीम के ते चीफ सिलेक्टर ऑफ 3 ईयर कॉन्ट्रैक्ट। 3 साल का कॉन्ट्रैक्ट है। कौन बनाए गए हैं? वो बनाए गए हैं ऑप्शन नंबर सी मिसबाह उल हक। मिसबाह उल हक ਜਿਹੜੇ फॉर्मर पाकिस्तान कैप्टन ਸੀਗੇ टीम ਦੇ, ਉਹਨਾਂ ਨੂੰ चीफ सिलेक्टर ਤੇ कोच बनाया गया। ठीक है जी। नेक्स्ट है, नेम द इंडियन क्रिकेटर हु लॉन्चेस कैंपेन टू सेव राइनोज इन इंडिया।
ਕਿਹੜੇ ਇੰਡੀਅਨ ਕ੍ਰਿਕਟਰ ਨੇ ਲਾਂਚ ਕੀਤਾ ਕੈਂਪੇਨ ਰਾਈਨੋਜ਼ ਨੂੰ ਰੋਕਣ ਸੇਵ ਕਰਨ ਦੇ ਲਈ, ਬਚਾਉਣ ਦੇ ਲਈ? ਕਿਹੜੇ ਇੰਡੀਅਨ ਕ੍ਰਿਕਟਰ ਨੇ ਕੀਤਾ? ਇਹ ਕੀਤਾ ਆਪਸ਼ਨ ਨੰਬਰ ਏ ਰੋਹਿਤ ਸ਼ਰਮਾ ਨੇ। ਜਿਹੜੇ ਇੰਡੀਅਨ ਵਾਈਸ ਕੈਪਟਨ ਰੋਹਿਤ ਸ਼ਰਮਾ ਨੇ, ਉਹਨਾਂ ਨੇ ਲਾਂਚ ਕੀਤਾ ਹੈ ਰੋਹਿਤ ਫॉर ਰਾਈਨੋਜ਼ ਕੈਂਪੇਨ ਇਨ ਪਾਰਟਨਰਸ਼ਿਪ ਵਿਦ WWF ਇੰਡੀਆ ਐਂਡ ਐਨੀਮਲ ਪਲੈਨਟ ਔਨ ਵਰਲਡ ਰਾਈਨੋ ਡੇ। ਜਿਹੜਾ 22 ਸਤੰਬਰ ਹੈ ਉਸਨੂੰ ਵਰਲਡ ਰਾਈਨੋ ਡੇ ਮਨਾਇਆ ਜਾਂਦਾ ਹੈ। ਰਾਈਨੋਸੌਰਸ ਹੁੰਦੇ ਨੇ ਜਿਹੜੇ, ਉਹਨਾਂ ਦੇ ਉੱਤੇ ਵਰਲਡ ਰਾਈਨੋ ਡੇ ਮਨਾਇਆ ਜਾਂਦਾ ਹੈ। ਅਤੇ ਕੈਂਪੇਨ ਹੈ ਬਿਲਡ ਅਵੇਅਰਨੈਸ ਫॉर ਦ ਨੀਡ ਟੂ ਕੰਜ਼ਰਵ ਦ ਗ੍ਰੇਟਰ ਵਨ ਹੋਰਨਡ ਰਾਈਨੋਸੌਰਸ ਔਰ ਦ ਇੰਡੀਅਨ ਰਾਈਨੋ। ਜਿਹੜਾ ਵਨ ਹੋਰਨ, ਜਿਹਦੇ ਉੱਤੇ ਵਨ ਹੋਰਨ ਹੁੰਦਾ ਉਸਦੇ ਨੱਕ ਦੇ ਉੱਤੇ, ਉਹ ਉਸ ਰਾਈਨੋ ਨੂੰ ਬਚਾਉਣ ਦੇ ਲਈ ਇਹ ਕੈਂਪੇਨ ਸ਼ੁਰੂ ਕੀਤਾ ਗਿਆ। ਠੀਕ ਹੈ ਜੀ। ਨੈਕਸਟ ਹੈ which two countries agreed to work towards the establishment of joint working group on cyber security cooperation। ਕਿਹੜੀ ਟੂ ਕੰਟਰੀਜ਼ ਨੇ ਜੋ ਦੋਨੋਂ ਨੇ ਮਿਲ ਕੇ ਕੰਮ ਕਰਨ ਦੀ ਸੋਚੀ ਹੈ ਜੁਆਇੰਟ ਵਰਕਿੰਗ ਗਰੁੱਪ ਔਨ ਸਾਈਬਰ ਸਿਕਿਉਰਿਟੀ ਕੋਆਪਰੇਸ਼ਨ। ਸਾਈਬਰ ਸਿਕਿਉਰਿਟੀ ਜਿਹੜਾ ਕਿ ਕਾਫੀ ਵੱਡਾ ਥ੍ਰੈਟ ਹੈ ਅੱਜ ਦੀ ਦੁਨੀਆ ਦੇ ਵਿੱਚ। ਸਾਈਬਰ, ਹਰ ਇੱਕ ਚੀਜ਼ ਸਾਈਬਰ 'ਤੇ ਚੱਲਦੀ ਹੈ। ਅਤੇ ਕਿਹੜੀ ਟੂ ਕੰਟਰੀਜ਼ ਨੇ ਇੱਕ ਪਾਰਟਨਰਸ਼ਿਪ ਕਰਨ ਦਾ ਫੈਸਲਾ ਕੀਤਾ ਹੈ ਆਪਸ਼ਨ ਨੰਬਰ ਸੀ ਇੰਡੀਆ ਅਤੇ ਆਸਟ੍ਰੇਲੀਆ ਨੇ। ਥਰਡ ਇੰਡੀਅਨ ਆਸਟ੍ਰੇਲੀਆ ਸਾਈਬਰ ਪੋਲਿਸੀ ਡਾਇਲੋਗ ਫॉर ਦ ਈਅਰ 2019 ਵਾਜ਼ ਹੈਲਡ ਇਨ ਨਿਊ ਦਿੱਲੀ। ਦਿੱਲੀ ਦੇ ਵਿੱਚ ਹੈਲਡ ਹੋਇਆ ਸੀਗਾ, ਜਿੱਥੇ ਉਪੇਂਦਰ ਸਿੰਘ ਰਾਵਤ ਜੁਆਇੰਟ ਸੈਕਟਰੀ ਇਨ ਚਾਰਜ ਆਫ ਈ ਗਵਰਨੈਂਸ, ਇਨਫੋਰਮੇਸ਼ਨ ਟੈਕਨੋਲੋਜੀ ਐਂਡ ਸਾਈਬਰ ਡਿਪਲੋਮੇਸੀ ਐਜ਼ ਦ ਇੰਡੀਅਨ ਮਿਨਿਸਟਰ ਆਫ ਐਕਸਟਰਨਲ ਅਫੇਅਰਸ ਨੇ ਇੰਡੀਅਨ ਡੈਲੀਗੇਸ਼ਨ ਨੂੰ ਲੈਡ ਕੀਤਾ ਸੀ। ਅਤੇ ਆਸਟ੍ਰੇਲੀਅਨ ਡੈਲੀਗੇਸ਼ਨ ਨੂੰ ਕਿਹਨਾਂ ਨੇ ਲੈਡ ਕੀਤਾ ਸੀ? ਐਂਬੈਸਡਰ ਫॉर ਸਾਈਬਰ ਅਫੇਅਰਸ ਡਾਕਟਰ ਟੋਬੇਸ ਫੈਕਿਨ ਨੇ। ਅਤੇ ਇੰਡੀਆ ਅਤੇ ਆਸਟ੍ਰੇਲੀਆ ਨੇ ਕਮਿਟਮੈਂਟ ਕੀਤੀ ਹੈ ਕਿ ਸਿਕਿਉਰਿਟੀ ਅਤੇ ਸਟੇਬਿਲਿਟੀ ਬਣਾਉਣਗੇ ਸਾਈਬਰ ਸਪੇਸ ਦੇ ਵਿੱਚ। ਠੀਕ ਹੈ, ਇਸ ਗੱਲ ਨੂੰ ਯਾਦ ਰੱਖਿਓ। ਨੈਕਸਟ ਹੈ ਹਾਊ ਮੈਨੀ ਅਮਾਊਂਟ ਹੈਜ਼ ਬੀਨ ਐਲੋਕੇਟਡ ਟੂ ਦਾ ਸੋਫਿਸਟੀਕੇਟਡ ਐਨਾਲਿਟੀਕਲ ਐਂਡ ਟੈਕਨੀਕਲ ਹੈਲਪ ਇੰਸਟੀਚਿਊਟ, ਜਿਸ ਨੂੰ ਸਾਥੀ ਕਿਹਾ ਜਾਂਦਾ। ਸਾਥੀ ਦੀ ਫੁੱਲ ਫੋਰਮ ਹੈ ਸੋਫਿਸਟੀਕੇਟਡ ਐਨਾਲਿਟੀਕਲ ਐਂਡ ਟੈਕਨੀਕਲ ਹੈਲਪ ਇੰਸਟੀਚਿਊਟ ਆਫ ਦ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ। ਕਿੰਨੀ ਅਮਾਊਂਟ ਐਲੋਕੇਟ ਕੀਤੀ ਗਈ ਹੈ? ਅਮਾਊਂਟ ਐਲੋਕੇਟ ਕੀਤੀ ਗਈ ਆਪਸ਼ਨ ਨੰਬਰ ਸੀ 125 ਕਰੋੜ ਰੁਪਏ। 125 ਕਰੋੜ ਰੁਪਏ ਐਲੋਕੇਟ ਕੀਤੇ ਗਏ ਨੇ। ਕਿਹਨਾਂ ਨੂੰ ਕੀਤੇ ਗਏ ਨੇ? ਸਾਥੀ ਸੋਫਿਸਟੀਕੇਟਡ ਐਨਾਲਿਟੀਕਲ ਐਂਡ ਟੈਕਨੀਕਲ ਹੈਲਪ ਇੰਸਟੀਚਿਊਟ ਨੂੰ। ਠੀਕ ਹੈ ਜੀ। ਨੈਕਸਟ ਹੈ ਹੂ ਅਮੰਗ ਦ ਫੋਲੋਇੰਗ ਰਿਲੀਜ਼ ਦ ਰਿਪੋਰਟ ਔਨ ਦ ਪ੍ਰੈਜ਼ੈਂਸ ਆਫ ਟਾਈਗਰਸ ਇਨ ਹਾਈ ਐਲਟੀਟਿਊਡ ਇਕਨੋਮਿਕ ecosystem's prepared by the global tiger forum। ਕਿਹਨਾਂ ਨੇ ਰਿਪੋਰਟ ਜਾਰੀ ਕੀਤੀ ਹੈ ਕਿ ਟਾਈਗਰਸ ਨੇ ਜਿਹੜੇ ਹਾਈ ਐਲਟੀਟਿਊਡ ਇਕੋਸਿਸਟਮ ਦੇ ਵਿੱਚ ਵੀ ਰਹਿੰਦੇ ਨੇ, ਜਿਹੜੇ ਹਾਈ ਐਲਟੀਟਿਊਡ ਦੇ ਉੱਤੇ ਜਿਹੜੇ ਟਾਈਗਰਸ ਦੀ ਪ੍ਰੈਜ਼ੈਂਸ ਹੈ, ਉਸ ਦੀ ਰਿਪੋਰਟ ਕਿਹਨਾਂ ਨੇ ਜਾਰੀ ਕੀਤੀ ਹੈ? ਇਹ ਕੀਤੀ ਆਪਸ਼ਨ ਨੰਬਰ ਬੀ ਪ੍ਰਕਾਸ਼ ਜਾਵੜੇਕਰ, ਜਿਹੜੇ ਕੀ ਨੇ ਆਪਣੇ ਇਨਫੋਰਮੇਸ਼ਨ ਅਤੇ ਬਰੋਡਕਾਸਟਿੰਗ ਮਿਨਿਸਟਰ ਨੇ। ਯੂਨੀਅਨ ਮਿਨਿਸਟਰ ਪ੍ਰਕਾਸ਼ ਜਾਵੜੇਕਰ ਜਿਹੜੇ ਇਨਫੋਰਮੇਸ਼ਨ ਅਤੇ ਬਰੋਡਕਾਸਟਿੰਗ ਮਿਨਿਸਟਰ ਨੇ, ਉਹਨਾਂ ਨੇ ਰਿਪੋਰਟ ਜਾਰੀ ਕੀਤੀ ਹੈ ਕਿ ਬਿਗ ਕੈਟਸ ਹੈਵ ਬੀਨ ਫਾਊਂਡ ਇਨ ਹਾਈ ਐਲਟੀਟਿਊਡ ਰੀਜਨਸ। ਇੰਡੀਆ ਹੈਜ਼ ਆਲਰੇਡੀ ਬਿਕਮ ਦ ਕੈਪੀਟਲ ਆਫ ਟਾਈਗਰਸ, 70% ਆਫ ਇਟਸ ਪਾਪੂਲੇਸ਼ਨ ਹੇਅਰ। ਜਿਹੜੀ ਟਾਈਗਰਸ ਦੀ 70% ਪਾਪੂਲੇਸ਼ਨ ਹੈ ਉਹ ਇੰਡੀਆ ਦੇ ਵਿੱਚ ਹੈ। ਠੀਕ ਹੈ, ਅਤੇ ਇਹ ਵੀ ਰਿਵੀਲ ਕੀਤਾ ਕਿ ਹਾਈ ਐਕੋਲੋਜੀ ਹਾਈ ਐਲਟੀਟਿਊਡ ਦੇ ਜਿਹੜੇ ਆਪਣੇ ਜੰਗਲ ਨੇ ਉੱਥੇ ਵੀ ਟਾਈਗਰ ਪਾਏ ਜਾਂਦੇ ਨੇ। ਠੀਕ ਹੈ ਜੀ। ਨੈਕਸਟ ਹੈ ਫੂਡ ਮਿਨਿਸਟਰੀ ਟੂ ਬੈਨ ਸਿੰਗਲ ਯੂਜ਼ ਪਲਾਸਟਿਕ ਬੋਟਲਸ ਫਰੋਮ। ਜਿਹੜੀ ਫੂਡ ਮਿਨਿਸਟਰੀ ਹੈ ਉਸਨੇ ਬੈਨ ਕੀਤਾ ਹੈ ਪਲਾਸਟਿਕ ਬੋਟਲ ਸਿੰਗਲ ਯੂਜ਼ ਹੁੰਦੀਆਂ ਨੇ ਜਿਹੜੀਆਂ, ਕਦੋਂ ਤੋਂ? ਸੈਪਟੈਂਬਰ 15 ਸੈਪਟੈਂਬਰ ਤੋਂ ਸਿੰਗਲ ਯੂਜ਼ ਪਲਾਸਟਿਕ ਬੋਟਲਸ ਨੂੰ ਬੈਨ ਕੀਤਾ ਹੈ। ਕਿੰਨਾ ਦੁਬਾਰਾ ਅਨਾਊਂਸਮੈਂਟ ਹੋਇਆ ਸੀਗੀ? ਇਹ ਹੋਈ ਸੀ ਜਿਹੜੇ ਫੂਡ ਐਂਡ ਕੰਜ਼ਿਊਮਰ ਮਿਨਿਸਟਰ ਨੇ ਰਾਮ ਵਿਲਾਸ ਪਾਸਵਾਨ। ਫੂਡ ਐਂਡ ਕੰਜ਼ਿਊਮਰ ਮਿਨਿਸਟਰ ਰਾਮ ਵਿਲਾਸ ਪਾਸਵਾਨ ਜੀ ਦੁਆਰਾ ਡਿਸੀਜ਼ਨ ਅਨਾਊਂਸ ਕੀਤਾ ਗਿਆ ਸੀਗਾ। ਠੀਕ ਹੈ ਜੀ। ਨੈਕਸਟ ਹੈ ਨੇਮ ਦਾ ਕੋਮੋਡਿਟੀ ਐਕਸਚੇਂਜ ਆਫ ਇੰਡੀਆ ਡੈਟ ਹੈਜ਼। ਨੈਕਸਟ ਹੈ ਨੇਮ ਦਾ ਕੋਮੋਡਿਟੀ ਐਕਸਚੇਂਜ ਆਫ ਇੰਡੀਆ ਡੈਟ ਹੈਜ਼ ਸਾਈਨਡ MOU ਵਿਦ ਜਹੇਂਜਾਓ ਕੋਮੋਡਿਟੀ ਐਕਸਚੇਂਜ ਫॉर ਕੋਆਪਰੇਸ਼ਨ ਐਂਡ ਦਾ ਐਕਸਚੇਂਜ ਆਫ ਇਨਫੋਰਮੇਸ਼ਨ। ਕਿਹੜੀ ਕੋਮੋਡਿਟੀ ਐਕਸਚੇਂਜ ਨੇ MOU ਸਾਈਨ ਕੀਤਾ ਹੈ ਜਹੇਂਜਾਓ ਕੋਮੋਡਿਟੀ ਐਕਸਚੇਂਜ ਦੇ ਨਾਲ ਕੋਆਪਰੇਸ਼ਨ ਦੇ ਅਤੇ ਇਨਫੋਰਮੇਸ਼ਨ ਐਕਸਚੇਂਜ ਦੇ ਲਈ? ਕਿਹੜੇ ਨਾਲ ਕੀਤਾ ਹੈ? ਇਹ ਕੀਤਾ ਆਪਸ਼ਨ ਨੰਬਰ ਡੀ ਮਲਟੀ ਕੋਮੋਡਿਟੀ ਐਕਸਚੇਂਜ ਆਫ ਇੰਡੀਆ, MCX ਮਲਟੀ ਕੋਮੋਡਿਟੀ ਐਕਸਚੇਂਜ ਆਫ ਇੰਡੀਆ ਦੇ ਨਾਲ। ਕਿਹਨਾਂ ਨਾਲ ਕੀਤਾ ਹੈ? ਜਹੇਂਜਾਓ ਕੋਮੋਡਿਟੀ ਐਕਸਚੇਂਜ। ਠੀਕ ਹੈ, ਗੱਲ ਕਿਉਂ ਕੀਤਾ ਹੈ? ਤਾਂ ਕਿ ਦਿਸ ਐਕਸਚੇਂਜ ਵਿਲ ਵਰਕ ਟੂਗੈਦਰ ਟੂ ਡਿਵੈਲਪ ਏਰੀਆਜ਼ ਆਫ ਕੋਆਪਰੇਸ਼ਨ ਐਂਡ ਬਿਜ਼ਨਸ ਓਪਰਚੁਨਿਟੀਜ਼ ਅਤੇ ਇਨਫੋਰਮੇਸ਼ਨ ਐਕਸਚੇਂਜ ਦੇ ਨਾਲ ਲਈ। ਠੀਕ ਹੈ ਜੀ। Which state has recently signed a sister state MOU with the
Delaware state of America to boost ties। इंडिया की एक स्टेट ने अमेरिका की डिलावर स्टेट है जी उन्होंने MOU साइन किया है टू बूस्ट साइट सिस्टर स्टेट बनाने के लिए। सिस्टर स्टेट का मतलब होंगे कि जी क्वालिटीज़ उत्थे ने उही क्वालिटीज़ नूं इत्थे लेके आना। तो जी अमेरिका की डिलावर स्टेट है उस इंडिया की किहड़ी स्टेट ने एग्रीमेंट किया है, ये किया है गुजरात ने। गुजरात ते डिलावर स्टेट ऑफ अमेरिका ने MOU साइन किया है जदों when a delegation of Delaware state of America called on गुजरात चीफ मिनिस्टर विजय रूपानी। जो गुजरात के चीफ मिनिस्टर विजय रूपानी नाल उत्थे दे डेलीगेट की गल हुई सी उत्थे। तो सैक्टर्स लाइक बायोटैक्नोलॉजी यूनिवर्सिटी, बायोसाइंसिस, फाइनैंशियल सर्विसेज, एनिमल हसबेंडरी एंड डेयरी, पोर्ट सर्विसेज हैव बीन शॉर्टलिस्टेड फॉर फ्यूचर कोऑपरेशन। किन्ने ऑप्शन के उत्ते फील्ड के उत्ते कोऑपरेशन होएगा? बायोटैक्नोलॉजी यूनिवर्सिटी, बायोसाइंसिस, फाइनैंशियल सर्विसेज, एनिमल हसबेंडरी, पोर्ट सर्विसेज नूं दे उत्ते कोऑपरेशन किया जाएगा। ठीक है जी। नेक्स्ट है हाउ मैनी PSB बैंक्स आर ऑथराइज्ड टू प्रोवाइड लोन्स अंडर PSB लोन इन 59 मिनट्स वैब पोर्टल। किन्ने PSB बैंक्स ऑथराइज किए गए हैं PSB लोन्स इन 59 मिनट्स। जो पोर्टल वैब पोर्टल बनाया गया है कि PSB लोन मिल जाएगा 59 मिनट्स के विच। उस किन्ने PSB बैंक्स ने? पब्लिक सैक्टर PSB का होंगे पब्लिक सैक्टर बैंक। किन्ने ने? 19 बैंक्स। जो PSB हैज़ स्टार्टेड गिविंग इन प्रिंसिपल अप्रूवल ऑफ होम एंड पर्सनल लोन एप्लीकेशंस ऑन वैब पोर्टल लॉन्च लास्ट ईयर टू फैसिलिटेट क्विक लोन्स फॉर माइक्रो स्मॉल तो मीडियम एंटरप्राइजेज लिए। उस 19 पब्लिक सैक्टर बैंक्स ने किहड़े? स्टेट बैंक ऑफ इंडिया, पब्लिक नैशनल, पंजाब नैशनल बैंक, बैंक ऑफ बड़ौदा, यूनियन बैंक ऑफ इंडिया, ये बैंक उस शामिल ने। ठीक है जी। नेक्स्ट है वट इज़ द GDP ग्रोथ ऑफ इंडिया फॉर द फाइनैंशियल ईयर 2020 एज पर केयर। केयर ने GDP ग्रोथ 2020 की कितनी एक्सपैक्ट की है? उन्होंने की है ऑप्शन नंबर B 6.4 to 6.5%। पहले उन्होंने 6.7 to 6.8%, उतों घट के 6.4 to 6.5% आ चुकी है। किन्होंने? केयर ने, CARE केयर। Which bank has launched Digi Smart Credit Card primarily focused on the ever-growing segment of millennials। किहड़े बैंक ने लॉन्च किया है Digi Smart Credit Card? जो Digi Smart Credit Card है वो लॉन्च किया है ऑप्शन नंबर A स्टैंडर्ड चार्टर्ड बैंक ने। स्टैंडर्ड चार्टर्ड बैंक जो ब्रिटिश मल्टीनेशनल बैंक है इन्होंने Digi Smart Credit Card लॉन्च किया है। ये जो क्रेडिट कार्ड है ये नॉर्मली मंथली फीस होगी इसकी 50 रुपीज़ या 49 रुपीज़। ठीक है, ये गल याद रखियो। किन्होंने किया है? स्टैंडर्ड चार्टर्ड बैंक ने। विच ऑर्गेनाइजेशन विल प्रोवाइड अ लोन ऑफ ₹6,000 करोड़ टू आंध्र प्रदेश फॉर वेरियस सोशल इंफ्रास्ट्रक्चर प्रोजेक्ट। लोन प्रोवाइड किया है 6,000 करोड़ रुपए का आंध्र प्रदेश नूं ताकि वेरीयस जी सोशल इंफ्रास्ट्रक्चर प्रोजेक्ट्स ने स्टेट के बनाए जा सकन। किन्होंने किया है? एक ऑप्शन नंबर B NDB नेशनल डेवलपमेंट बैंक ने। किन्होंने? NDB नेशनल डेवलपमेंट बैंक 6,000 करोड़ का लोन दिता है आंध्र प्रदेश गवर्नमेंट नूं। ठीक है जी, ये गल याद रखियो। द डिपार्टमेंट ऑफ फाइनैंशियल सर्विसेज हैज़ अप्रूव्ड कैपिटलाइज फ्यूजन वर्थ डैश इंस्टेंट जनरल इंश्योरेंस फर्म्स। जो डिपार्टमेंट ऑफ फाइनैंशियल सर्विसेज है उसने अप्रूव किया है कैपिटल इनफ्यूजन वर्थ किन्ने हज़ार करोड़ रुपए की। ये की है ऑप्शन नंबर A 12,000 करोड़ रुपया ताकि जनरल इंश्योरेंस की जा सकन। ठीक है जी, जिस दे विच नैशनल इंश्योरेंस, ओरिएंटल इंश्योरेंस तो यूनाइटेड इंडिया इंश्योरेंस भी शामिल ने। ठीक है जी। नेक्स्ट है व्हेन वाज द फर्स्ट नेशनल कॉन्फ्रेंस ऑफ साइबर क्राइम इन्वेस्टिगेशन एंड साइबर फोरेंसिक्स हेल्ड। जो फर्स्ट नैशनल कॉन्फ्रेंस होगी साइबर क्राइम इन्वेस्टिगेशन तो साइबर फोरेंसिक उत्ते वो कित्थे होएगी? वो होएगी ऑप्शन नंबर C न्यू दिल्ली दे विच। जो CBI के डायरैक्टर ने ऋषि कुमार शुक्ला ने उन्होंने इनोग्रेट की सी नैशनल कॉन्फ्रेंस ऑफ साइबर क्राइम इन्वेस्टिगेशन एंड साइबर फोरेंसिक्स कित्थे? CBI हैडकुआटर न्यू दिल्ली दे विच। ठीक है जी, ये गल याद रखियो। नेक्स्ट है
Which company has bagged a 7-year contract worth 300 million from ICICI Bank to provide a comprehensive suite of services? ਕਿਹੜੀ ਕੰਪਨੀ ਨੇ ਬੈਗਡ ਕੀਤਾ ਹੈ 7 ਸਾਲ ਕੰਟਰੈਕਟ ਜਿਹੜਾ $300 ਮਿਲੀਅਨ ਹੋਣਗੇ ਕਿੱਥੋਂ ICICI ਬੈਂਕ ਨੂੰ ਤੋਂ ਤਾਂ ਕਿ ਉਹ ਆਪਣੀ ਸਰਵਿਸਿਜ਼ ਦੇ ਸਕਣ। ਕਿਹੜੀ ਕੰਪਨੀ ਨੇ ਕੀਤਾ ਇਹ ਕੀਤਾ ਵਿਪਰੋ। ਜਿਹੜੀ ਵਿਪਰੋ ਕੰਪਨੀ ਹੈ ਉਸਨੇ ਐਗਰੀਮੈਂਟ ICICI ਬੈਂਕ ਨਾਲ ਸਾਈਨ ਕੀਤਾ ਹੈ 300 ਮਿਲੀਅਨ ਦਾ। ਠੀਕ ਹੈ ਜੀ। ਇਸ ਦਾ ਕੰਮ ਕੀ ਹੋਏਗਾ? ਇਹ ਹੋਏਗਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਹੈਲਪ ਕਰਨਾ ਬੈਂਕ ਦੀ। ਜਿਹੜਾ ICICI ਬੈਂਕ ਹੈ ਉਸ ਦੀ ਹੈਲਪ ਕਰਨਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ। Which state disaster management authority has won the 2019 IT Excellence Award for designing the app Satark by Express India? ਕਿਹੜੀ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ 2019 ਦਾ IT ਐਕਸੀਲੈਂਸ ਅਵਾਰਡ ਜਿੱਤਿਆ ਹੈ? ਕਿਹੜੀ ਸਟੇਟ ਨੇ ਜਿੱਤਿਆ? ਆਪਸ਼ਨ ਨੰਬਰ ਡੀ ਉੜੀਸਾ। ਉੜੀਸਾ ਦੇ ਚੀਫ ਮਿਨਿਸਟਰ ਕੌਣ ਨੇ? ਨਵੀਨ ਪਟਨਾਇਕ। ਇਹ ਗੱਲ ਯਾਦ ਰੱਖਿਓ। ਜਿਹੜਾ ਉੜੀਸਾ ਸਟੇਟ ਹੈ ਉਹਦੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ IT ਐਕਸੀਲੈਂਸ ਅਵਾਰਡ ਜਿੱਤਿਆ। ਕਿਉਂ ਜਿੱਤਿਆ? ਕਿਉਂਕਿ ਉਹਨਾਂ ਨੇ ਸਤਰਕ ਬਣਾਈ ਹੈ। ਸਤਰਕ ਜਿਹੜੀ ਐਪਲੀਕੇਸ਼ਨ ਬਣਾਈ ਹੈ ਉਸ ਦੇ ਨਾਲ ਰੀਅਲ ਟਾਈਮ ਵਾਚ ਅਲਰਟ ਐਂਡ ਵਾਰਨਿੰਗ ਦਿੱਤੀ ਜਾ ਸਕਦੀ ਹੈ ਜਿਹੜੇ ਵੀ ਡਿਫਰੈਂਟ ਹਜ਼ਾਰਡਸ ਹੋਣ ਦਾ ਖਤਰਾ ਹੈ। ਠੀਕ ਹੈ ਜੀ। ਇਸ ਗੱਲ ਨੂੰ ਯਾਦ ਰੱਖਿਓ। ਇਹ ਦੋ ਲੈਂਗੁਏਜ ਦੇ ਵਿੱਚ ਹੈ, ਉੜੀਆ ਅਤੇ ਇੰਗਲਿਸ਼ ਦੇ ਵਿੱਚ। ਵਿਚ ਮਿਨਿਸਟਰੀ ਹੈਜ਼ ਆਰਗੇਨਾਈਜ਼ਡ ਦਾ ਕੌਸ਼ਲਿਆਚਾਰਿਆ ਸਮਾਧਾਰ 2019? ਕਿਹੜੀ ਮਿਨਿਸਟਰੀ ਨੇ ਲਾਂਚ ਕੀਤਾ ਹੈ ਕੌਸ਼ਲਿਆਧਾਰਿਆ ਸਮਾਧਾਰ 2019? ਕਿਹੜੀ ਮਿਨਿਸਟਰੀ ਨੇ ਕੀਤਾ ਹੈ? ਆਪਸ਼ਨ ਨੰਬਰ ਬੀ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਐਂਡ एंटरप्रेन्योरशिप। मिनिस्ट्री ऑफ स्किल डेवलपमेंट एंड एंटरप्रेन्योरशिप। ठीक है जी। नेक्स्ट है विच अमंग द फॉलोइंग इंस्टीट्यूशन इज नॉट लिस्टेड इन द इंस्टीट्यूशन ऑफ एमिनेंस स्टेटस विच इज़ अवॉर्डेड बाय HRD मिनिस्ट्री रिसेंटली? ਕਿਹੜੀ ਫੋਲੋਇੰਗ ਇੰਸਟੀਟਿਊਸ਼ਨ नहीं लिस्टेड हैगा इंस्टीट्यूशन ऑफ एमिनेंस स्टेटस ਦੇ ਵਿੱਚ ਜਿਹੜੀ HRD ਮਿਨਿਸਟਰੀ ਨੇ ਹੁਣੇ ਅਨਾਉਂਸ ਕੀਤੀ ਸੀ? ਇਹਨਾਂ ਪੰਜੋਂ ਕਿਹੜਾ ਇੰਸਟੀਟਿਊਟ ਨਹੀਂ ਹੈਗਾ? IIT हैदराबाद। IIT हैदराबाद ਰਜਿਸਟਰਡ ਨਹੀਂ ਹੈਗਾ। ਠੀਕ ਹੈ ਜੀ। ਇਸ ਗੱਲ ਨੂੰ ਯਾਦ ਰੱਖਿਓ। ਜਿਹੜੀ ਹਿਊਮਨ ਰਿਸੋਰਸ ਡਿਵੈਲਪਮੈਂਟ ਮਿਨਿਸਟਰੀ ਹੈ ਇਸਨੇ ਅਵਾਰਡ ਸਟੇਟਸ ਦਿੱਤਾ ਹੈ IIT ਮਦਰਾਸ, IIT ਖੜਗਪੁਰ, ਦਿੱਲੀ ਯੂਨੀਵਰਸਿਟੀ ਅਤੇ ਬਨਾਰਸ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ हैदराबाद ਨੂੰ। ਤੇ ਇਹ IIT हैदराबाद ਨੂੰ ਨਹੀਂ ਦਿੱਤਾ ਗਿਆ। ਠੀਕ ਹੈ। ਇਹ ਦਿੱਤਾ ਗਿਆ ਯੂਨੀਵਰਸਿਟੀ ਆਫ हैदराबाद ਨੂੰ। ਇਸ ਗੱਲ ਨੂੰ ਯਾਦ ਰੱਖਿਓ। ਨੇਮ ਐਥਲੀਟ ਹੂ ਵੋਨ ਅ ਬ੍ਰੌਂਜ ਮੈਡਲ ਇਨ ਵਰਲਡ ਮਾਰਸ਼ਲ ਆਰਟਸ ਮਾਸਟਰਸ਼ਿਪ ਜਿਊ ਜਿਤਸੂ 2019? ਕਿਹੜੇ ਵੂਮੈਨ ਐਥਲੀਟ ਨੇ ਬ੍ਰੌਂਜ ਮੈਡਲ ਜਿੱਤਿਆ ਵਰਲਡ ਮਾਰਸ਼ਲ ਆਰਟਸ ਮਾਸਟਰਸ਼ਿਪ ਦੇ ਵਿੱਚ ਜਿਊ ਜਿਤਸੂ 2019 ਦੇ ਵਿੱਚ? ਕਿਹੜੀ ਵੂਮੈਨ ਐਥਲੀਟ ਨੇ ਜਿੱਤਿਆ? ਇਹ ਜਿੱਤਿਆ ਆਪਸ਼ਨ ਨੰਬਰ ਸੀ ਅਨੁਪਮਾ ਸਵੈਨ। ਅਨੁਪਮਾ ਸਵੈਨ ਨੇ ਜਿਹੜੇ ਇਹਨਾਂ ਨੇ ਕੁਆਲੀਫਾਈ ਕੀਤਾ 2022 ਏਸ਼ੀਅਨ ਗੇਮਸ ਦੇ ਲਈ। ਕਿਵੇਂ ਕੀਤਾ ਕੁਆਲੀਫਾਈ? ਬ੍ਰੌਂਜ ਮੈਡਲ ਜਿੱਤ ਕੇ। ਕਿੱਥੇ? ਵਰਲਡ ਮਾਰਸ਼ਲ ਆਰਟਸ ਮਾਸਟਰਸ਼ਿਪ ਜਿੱਤ ਕੇ। ਠੀਕ ਹੈ। ਜਿਹੜੀ ਹੈਲਡ ਹੋਈਆਂ ਸੀਗੀਆਂ ਕੋਨਕੁਕ ਯੂਨੀਵਰਸਿਟੀ ਗਲੋਕਲ ਕੈਂਪਸ ਇਨ ਸ਼ੁੰਜੂ ਸਾਊਥ ਕੋਰੀਆ। ਸ਼ੁੰਜੂ ਦੇ ਸਾਊਥ ਕੋਰੀਆ ਦੇ ਸ਼ੁੰਜੂ ਦੇ ਵਿੱਚ ਇਹਨਾਂ ਨੇ ਬ੍ਰੌਂਜ ਮੈਡਲ ਜਿੱਤਿਆ ਵਰਲਡ ਮਾਰਸ਼ਲ ਆਰਟਸ ਮਾਸਟਰਸ਼ਿਪ ਦੇ ਵਿੱਚ। ਠੀਕ ਹੈ ਜੀ। ਹੂ ਹੈਜ਼ ਬੀਨ ਅਪੋਇੰਟਡ ਹੈੱਡ ਕੋਚ ਆਫ ਨਿਊਜ਼ੀਲੈਂਡ ਵੂਮੈਨ ਕ੍ਰਿਕਟ ਟੀਮ? ਨਿਊਜ਼ੀਲੈਂਡ ਦੀ ਜਿਹੜੀ ਵੂਮੈਨ ਕ੍ਰਿਕਟ ਟੀਮ ਹੈ ਉਸਦੇ ਹੈੱਡ ਕੋਚ ਕੌਣ ਬਣਾਏ ਗਏ ਨੇ? ਉਹ ਬਣਾਏ ਗਏ ਨੇ ਬੌਬ ਕਾਰਟਰ। ਜਿਹੜੇ ਬੌਬ ਕਾਰਟਰ ਨੇ ਉਹ ਨਿਊਜ਼ੀਲੈਂਡ ਦੇ ਵੂਮੈਨਸ ਕ੍ਰਿਕਟ ਟੀਮ ਦੇ ਹੈੱਡ ਕੋਚ ਬਣਾਏ ਗਏ ਨੇ। Robert Mugabe has passed away. He is the former president of which country? Robert Mugabe ਜਿਹੜੇ ਕਿਸ ਕੰਟਰੀ ਦੇ ਪ੍ਰੈਜ਼ੀਡੈਂਟ ਸੀਗੇ? ਇਹ ਸੀਗੇ ਜ਼ਿੰਬਾਬਵੇ ਦੇ ਫਾਰਮਰ ਪ੍ਰੈਜ਼ੀਡੈਂਟ ਸੀਗੇ। ਇਹਨਾਂ ਦੀ ਡੈਥ ਹੋ ਗਈ ਹੈ। ਠੀਕ ਹੈ ਜੀ। ਇਹ ਗੱਲ ਯਾਦ ਰੱਖਿਓ। ਚਲੋ ਨੈਕਸਟ ਕੁਐਸਚਨ। What is the rank of India in World Economic Forum Travel and Tourism Competitive Index for the year 2019? ਇੰਡੀਆ ਦਾ ਰੈਂਕ ਕਿੰਨਾ ਹੈ ਵਰਲਡ ਇਕਨੋਮਿਕ ਫੋਰਮ ਟਰੈਵਲ ਐਂਡ ਟੂਰਿਜ਼ਮ ਕੰਪੀਟੀਟਿਵ ਇੰਡੈਕਸ ਦੇ ਵਿੱਚ? ਕਿੰਨਾ ਰੈਂਕ ਹੈ ਇੰਡੀਆ ਦਾ? ਇੰਡੀਆ ਦਾ ਰੈਂਕ ਹੈ ਆਪਸ਼ਨ ਨੰਬਰ ਸੀ 34। ਕਿਸ ਦੇ ਵਿੱਚ? ਟਰੈਵਲ ਐਂਡ ਟੂਰਿਜ਼ਮ ਕੰਪੀਟੀਟਿਵ ਇੰਡੈਕਸ। ਟੂਰਿਜ਼ਮ ਐਂਡ ਟਰੈਵਲ ਕੰਪੀਟੀਟਿਵ ਇੰਡੈਕਸ ਦੇ ਵਿੱਚ ਇੰਡੀਆ ਦੀ ਰੈਂਕਿੰਗ ਕਿੰਨੀ ਹੈ? 34।
ਇਹ ਗੱਲ ਯਾਦ ਰੱਖਿਓ। ਤੇ ਇਹ ਇੰਪਰੂਵ ਕੀਤੀ ਹੈ 40 ਤੋਂ 34th ਰੈਂਕ ਬਣਿਆ ਇੰਡੀਆ ਦਾ। ਠੀਕ ਹੈ, ਇਸ ਗੱਲ ਨੂੰ ਯਾਦ ਰੱਖਿਓ। ਨੈਕਸਟ ਆਪਸ਼ਨ ਹੈ ਸੈਂਟਰ ਹੈਜ਼ ਲਾਂਚ ਦਾ ਅਪਡੇਟਡ ਕ੍ਰੈਡਿਟ ਲਿੰਕਡ ਕੈਪੀਟਲ ਸਬਸਿਡੀ ਸਕੀਮ। ਕ੍ਰੈਡਿਟ ਲਿੰਕਡ ਕੈਪੀਟਲ ਸਬਸਿਡੀ ਸਕੀਮ ਕਿੱਥੇ? MSME ਲਈ, ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਿਸ ਲਈ। ਠੀਕ ਹੈ, ਅਪਡੇਟਡ ਸਕੀਮ ਦੇ ਵਿੱਚ ਕੀ ਹੋਇਆ, SC ਤੇ ST ਜਿਹੜੇ ਐਂਟਰਪ੍ਰੇਨਰਸ ਨੇ ਉਹਨਾਂ ਨੂੰ ਐਡੀਸ਼ਨਲ ਸਬਸਿਡੀ ਮਿਲੇਗੀ। ਕਿੰਨੇ % ਦੀ? ਕ੍ਰੈਡਿਟ ਅਪ ਟੂ 1 ਕਰੋੜ ਤੱਕ ਦੇ ਕ੍ਰੈਡਿਟ ਦੇ ਵਿੱਚ ਐਡੀਸ਼ਨਲ ਸਬਸਿਡੀ ਮਿਲੇਗੀ। ਕਿੰਨੇ % ਦੀ? ਕਿੰਨੇ % ਦੀ ਸਬਸਿਡੀ ਮਿਲੇਗੀ? ਇਹ ਮਿਲੇਗੀ ਆਪਸ਼ਨ ਨੰਬਰ A 10%। ਕਿੰਨੇ % ਦੀ ਮਿਲੇਗੀ? ਆਪਸ਼ਨ ਨੰਬਰ A 10%। ਠੀਕ ਹੈ ਜੀ, ਗਵਰਨਮੈਂਟ ਨੇ ਕੀ ਕੀਤਾ ਹੈ, ਅਪਡੇਟ ਕੀਤਾ ਹੈ ਕ੍ਰੈਡਿਟ ਲਿੰਕਡ ਕੈਪੀਟਲ ਸਬਸਿਡੀ ਸਕੀਮ ਨੂੰ, ਜਿਸ ਦੇ ਨਾਲ 10% ਦੀ ਸਬਸਿਡੀ ਮਿਲੇਗੀ SC ਤੇ ST ਐਂਟਰਪ੍ਰੇਨਰਸ ਨੂੰ। ਠੀਕ ਹੈ, ਇਸ ਗੱਲ ਨੂੰ ਯਾਦ ਰੱਖਿਓ। ਨੈਕਸਟ ਹੈ ਦ ਵਰਲਡ ਹੈਲਥ ਆਰਗੇਨਾਈਜੇਸ਼ਨ ਸਾਊਥ ਈਸਟ ਏਸ਼ੀਆ ਰੀਜਨ ਇਜ਼ ਕਮਿਟਡ ਟੂ ਐਲੀਮੀਨੇਟ ਦਾ ਮੀਸਲਸ ਐਂਡ ਰੂਬੇਲਾ ਬਾਈ ਵਿਚ ਈਅਰ। ਜਿਹੜਾ WHO ਸਾਊਥ ਈਸਟ ਏਸ਼ੀਆ ਰੀਜਨ ਹੈ ਉਸਨੇ ਕਮਿਟ ਕੀਤਾ ਹੈ ਕਿ ਮੀਸਲਸ ਅਤੇ ਰੂਬੇਲਾ ਜਿਹੜੀ 2 ਡਿਸੀਜ਼ਿਜ਼ ਨੇ ਇਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਜਾਏਗਾ, 0 ਕਰ ਦਿੱਤਾ ਜਾਏਗਾ। ਕਿੰਨੇ ਸਾਲ ਤੱਕ? 2023 ਤੱਕ। 2023 ਤੱਕ ਮੀਸਲਸ ਅਤੇ ਰੂਬੇਲਾ ਦੋਨੋਂ ਡਿਸੀਜ਼ ਨੂੰ ਐਲੀਮੀਨੇਟ ਕਰ ਦਿੱਤਾ ਜਾਏਗਾ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ, ਪਰ ਇਸ ਬਾਰੇ ਪੜ੍ਹ ਲੈਂਦੇ ਹਾਂ ਕਿ ਇਹ ਰੈਜ਼ੋਲੂਸ਼ਨ ਕਿੱਥੇ ਪਾਸ ਕੀਤਾ ਗਿਆ? ਇਹ ਕੀਤਾ ਗਿਆ 72nd ਸੈਸ਼ਨ ਹੋਇਆ ਸੀਗਾ WHO ਜਿਹੜੇ ਰੀਜਨਲ ਕਮੇਟੀ ਦਾ। ਕਿੱਥੇ ਹੋਇਆ ਸੀ? ਨਿਊ ਦਿੱਲੀ ਦੇ ਵਿੱਚ ਹੋਇਆ ਸੀਗਾ। ਠੀਕ ਹੈ, ਇਹ ਉੱਥੇ ਡਿਸਾਈਡ ਕੀਤਾ ਗਿਆ ਸੀਗਾ, ਇਸ ਗੱਲ ਨੂੰ ਯਾਦ ਰੱਖਿਓ। ਜਿਹੜੀ 5 ਕੰਟਰੀਜ਼ ਨੇ ਰਿਸੈਂਟਲੀ ਮੀਸਲਸ ਨੂੰ ਐਲੀਮੀਨੇਟ ਕੀਤਾ ਉਹ ਕਿਹੜੀਆਂ ਨੇ? ਭੂਟਾਨ, ਕੋਰੀਆ, ਮਾਲਦੀਵਸ, ਸ਼੍ਰੀਲੰਕਾ ਤੇ ਟੈਮੋਰ ਲੈਸਟੇ। ਠੀਕ ਹੈ, ਇਸ ਗੱਲ ਨੂੰ ਯਾਦ ਰੱਖਿਓ। ਤੇ 6 ਕੰਟਰੀਜ਼ ਨੇ ਜਿਹੜੀ ਰੂਬੇਲਾ ਦੇ ਉੱਤੇ ਕੰਟਰੋਲ ਕਰ ਪਾਇਆ, ਬੰਗਲਾਦੇਸ਼, ਭੂਟਾਨ, ਮਾਲਦੀਵ, ਨੇਪਾਲ, ਸ਼੍ਰੀਲੰਕਾ ਤੇ ਟੈਮੋਰ ਲੈਸਟੇ। ਇਹ ਗੱਲ ਯਾਦ ਰੱਖਿਓ। ਨੈਕਸਟ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਲਾਂਚ ਐਨ ਇੰਡੀਜੀਨਸਲੀ ਬਿਲਟ ਮੈਟਰੋ ਕੋਚ ਟੂ ਬੀ ਯੂਜ਼ਡ ਬਾਈ ਦਾ ਡੈਸ਼ ਅਪਕਮਿੰਗ ਮੈਟਰੋ ਨੈਟਵਰਕ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਲਾਂਚ ਕੀਤੀ ਹੈ ਮੈਟਰੋ ਕੋਚ ਕਿੱਥੇ ਯੂਜ਼ ਕਰਨ ਦੇ ਲਈ? ਅਪਕਮਿੰਗ ਕਿਹੜੇ ਮੈਟਰੋ ਨੈਟਵਰਕ ਦੇ ਵਿੱਚ? ਇਹ ਯੂਜ਼ ਕਰਨ ਦੇ ਲਈ ਜਿਹੜਾ ਮੁੰਬਈ ਦਾ ਮੈਟਰੋ ਨੈਟਵਰਕ ਹੈ। ਠੀਕ ਹੈ, ਮੇਕ ਇਨ ਇੰਡੀਆ ਪ੍ਰੋਗਰਾਮ ਦੇ ਅੰਡਰ ਉਸ ਨੂੰ ਬਣਾਇਆ ਗਿਆ ਅਤੇ ਇਹ ਮਹਾਰਾਸ਼ਟਰ ਚੀਫ ਮਿਨਿਸਟਰ ਨੇ ਜਿਹੜਾ ਟੂਰ ਲਿੱਤਾ ਸੀ ਇਸ ਦੇ ਵਿੱਚ। ਕੌਣ ਨੇ ਮਹਾਰਾਸ਼ਟਰ ਚੀਫ ਮਿਨਿਸਟਰ ਉਸ ਟਾਈਮ? ਕੌਣ ਸੀਗੇ? ਦੇਵੇਂਦਰ ਫਡਨਾਵਿਸ। ਇਸ ਟਾਈਮ ਮਹਾਰਾਸ਼ਟਰ ਦੇ ਵਿੱਚ ਇਲੈਕਸ਼ਨਸ ਹੋਏ ਨੇ ਅਤੇ ਹਜੇ ਨਵੇਂ CM ਚੂਜ਼ ਕਰਨੇ ਬਾਕੀ ਨੇ। ਠੀਕ ਹੈ ਜੀ, ਨੈਕਸਟ ਹੈ Information and Broadcasting Ministry decide to discontinue single-use plastic. Who is current Union Minister of Information and Broadcasting? ਇਹ ਆਪਾਂ ਕਾਫੀ ਵਾਰ ਕਰ ਚੁੱਕੇ ਹਾਂ ਸੈਸ਼ਨ ਦੇ ਵਿੱਚ। ਕੌਣ ਨੇ? ਇਹਨੇ ਪ੍ਰਕਾਸ਼ ਜਾਵੇਦਕਰ। ਆਪਸ਼ਨ ਨੰਬਰ B ਪ੍ਰਕਾਸ਼ ਜਾਵੇਦਕਰ। ਠੀਕ ਹੈ ਜੀ, ਸੀਨੀਅਰ ਡਿਪਲੋਮੈਟ B ਬਾਲਾ ਪ੍ਰਸਾਦ was appointed as next Indian ambassador to। ਜਿਹੜੇ ਸੀਨੀਅਰ ਡਿਪਲੋਮੈਟ ਨੇ B ਬਾਲਾ ਪ੍ਰਸਾਦ ਇਹ ਕਿੱਥੇ ਦੇ ਇੰਡੀਅਨ ਐਂਬੈਸਡਰ ਬਣਾਏ ਗਏ ਨੇ? ਇਹ ਬਣਾਏ ਗਏ ਨੇ ਨੌਰਵੇ ਦੇ। ਕਿੱਥੇ ਦੇ ਬਣਾਏ ਗਏ ਨੇ? ਨੌਰਵੇ ਦੇ। ਠੀਕ ਹੈ ਜੀ, ਇਸ ਤੋਂ ਪਹਿਲੇ ਕੌਣ ਸੀਗੇ? ਕ੍ਰਿਸ਼ਨ ਕੁਮਾਰ ਸੀਗੇ, ਉਹਨਾਂ ਦੀ ਜਗ੍ਹਾ 'ਤੇ ਹੁਣ ਕਿਹਨਾਂ ਨੂੰ ਭੇਜਿਆ ਗਿਆ? B ਬਾਲਾ ਭਾਸਕਰ। ਨੈਕਸਟ ਕੁਐਸਚਨ ਹੈ ਦ ਇੰਡੀਆ ਥਾਈਲੈਂਡ ਕੋਆਰਡੀਨੇਟਡ ਪੈਟਰੋਲ ਕੋਰਪੈਟ ਕਿਹਨੂੰ ਕਿਹਾ ਜਾਂਦਾ? ਇਹ ਕਿੱਥੇ ਹੋਏਗੀ? ਬੈਂਕਾਕ ਦੇ ਵਿੱਚ ਹੋਏਗੀ। ਇਹ ਕਿੰਨਵਾਂ ਈਵੈਂਟ ਹੈ? ਇਸ ਦਾ ਕਿੰਨਵਾਂ ਈਵੈਂਟ ਹੈ? ਇਹ ਹੈ ਆਪਸ਼ਨ ਨੰਬਰ A 28th event. The latest illustration and Indian-Thailand coordinated patrol between the navies of two countries which seek to enhance bilateral ties and maritime cooperation is being hosted from 5 September to 15 September. ਠੀਕ ਹੈ, ਇੰਡੀਅਨ ਨੇਵੀ ਅਤੇ ਉਹਨਾਂ ਦੀ ਨੇਵੀ ਜਿਹੜੀ ਹੈ ਜਿਹਦਾ ਨਾਮ ਹੈ ਰੋਇਲ ਥਾਈ ਨੇਵੀ, ਇਹ ਕੰਡਕਟ ਕੀਤੀ ਜਾਏਗੀ। ਕਿੱਥੇ ਕੀਤੀ ਜਾਏਗੀ? ਇੰਡੀਅਨ ਨੇਵਾਲ ਸ਼ਿਪ ਜਿਹੜਾ ਕਰੇਗਾ ਕੇਸਰੀ ਅਤੇ ਉਸਦੀ ਹਿਟ ਮੈਜੈਸਟੀ ਥਾਈਲੈਂਡ ਸ਼ਿਪ ਹੋਏਗਾ ਜਿਹੜਾ, ਇਹ ਦੋਨੋਂ ਪਾਰਟੀਸਪੇਟ ਕਰਨਗੀਆਂ। ਕਿੱਥੇ? ਕੋਰਪੈਟ ਦੇ, ਜਿਹੜਾ ਕੋਰਪੈਟ ਜਿਹੜੀ ਐਕਸਰਸਾਈਜ਼ ਹੈ ਉੱਥੇ ਉਹਦੇ ਵਿੱਚ। ਠੀਕ ਹੈ ਜੀ, ਨੈਕਸਟ ਹੈ ISRO loses contact with moon lander Vikram. According to ISRO, the performance of the lander was as per plan till it was dash kilometer from the moon surface.
इसरो ने ਜਿਹੜਾ ਵਿਕਰਮ ਲੈਂਡਰ ਭੇਜਿਆ ਸੀਗਾ, ਮੰਗਲਯਾਨ ਭੇਜਿਆ ਸੀ 2, ਸੌਰੀ ਹਾਂਜੀ ਮੰਗਲਯਾਨ 2 ਭੇਜਿਆ ਸੀਗਾ, ਉਸ ਦੇ ਨਾਲ ਇਸਰੋ ਦਾ ਕੰਟੈਕਟ ਚੰਦਰਯਾਨ 2 ਭੇਜਿਆ ਸੀਗਾ, ਉਸ ਦੇ ਨਾਲ ਇੰਡੀਆ ਦਾ ਕੰਟੈਕਟ ਕੈਂਸਲ ਹੋ ਗਿਆ ਹੈ। ਹੁਣ ਇਹ ਉਹਨਾਂ ਨੇ ਕਿਹਾ ਸੀ ਉਹਨਾਂ ਦੀ ਰਿਪੋਰਟ ਦੇ ਹਿਸਾਬ ਨਾਲ ਕਿ ਕਿੰਨੇ ਕਿਲੋਮੀਟਰ ਪਹਿਲੇ ਤੱਕ ਉਸ ਦੀ ਰਿਪੋਰਟ ਬਿਲਕੁਲ ਸਹੀ ਆ ਰਹੀ ਸੀ। ਕਿੰਨੇ ਕਿਲੋਮੀਟਰ ਦੀ? ਆਪਸ਼ਨ ਨੰਬਰ ਬੀ 2.1 ਕਿਲੋਮੀਟਰ। ਇਸਰੋ ਦਾ ਹੈੱਡਕੁਆਟਰ ਕਿੱਥੇ ਹੈ? ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਿਓ। ਇਸਰੋ ਦੀ ਫੁੱਲ ਫਾਰਮ ਹੈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਇਸਦਾ ਹੈੱਡਕੁਆਟਰ ਕਿੱਥੇ ਹੈ? ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਿਓ। 2.1 ਕਿਲੋਮੀਟਰ ਤੱਕ ਉਸਦੀ ਜਿਹੜੀ ਕੰਟੈਕਟ ਦੀ ਰੇਂਜ ਸੀ ਉਹ ਪ੍ਰੋਪਰ ਆ ਰਹੀ ਸੀ। ਉਸ ਤੋਂ ਬਾਅਦ ਉਸਦੀ ਰੇਂਜ ਕੈਂਸਲ ਹੋ ਗਈ ਹੈ। ਠੀਕ ਹੈ ਜੀ। ਨੈਕਸਟ ਹੈ ਵਿਚ ਕੰਟਰੀ ਇਜ਼ ਟੂ ਹੋਸਟ ਦਾ 2019 ਵਰਲਡ ਰੈਸਲਿੰਗ ਚੈਂਪੀਅਨਸ਼ਿਪ। WWC ਵਰਲਡ ਰੈਸਲਿੰਗ ਚੈਂਪੀਅਨਸ਼ਿਪ 2019 ਕਿਹੜੀ ਕੰਟਰੀ ਹੋਸਟ ਕਰੇਗੀ? ਇਹ ਹੋਸਟ ਕਰੇਗੀ ਕਜ਼ਾਕਿਸਤਾਨ ਇਸ ਨੂੰ ਹੋਸਟ ਕਰੇਗੀ। ਕਜ਼ਾਕਿਸਤਾਨ ਦੀ ਕੈਪੀਟਲ ਨੂੰ ਚੇਂਜ ਕੀਤਾ ਗਿਆ। ਪਹਿਲੇ ਕਜ਼ਾਕਿਸਤਾਨ ਦੀ ਕੈਪੀਟਲ ਅਸਥਾਨਾ ਹੁੰਦੀ ਸੀ, ਹੁਣ ਕਜ਼ਾਕਿਸਤਾਨ ਦੀ ਕੈਪੀਟਲ ਨੂਰ ਸੁਲਤਾਨ ਹੈ। ਇਹ ਗੱਲ ਤੁਸੀਂ ਯਾਦ ਰੱਖਿਓ। ਅਤੇ ਜਿਹੜੀ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਇਹ ਵੀ ਕਿੱਥੇ ਹੋਏਗੀ? ਨੂਰ ਸੁਲਤਾਨ ਦੇ ਵਿੱਚ ਹੀ ਹੋਏਗੀ, ਜਿਹੜੀ ਕਜ਼ਾਕਿਸਤਾਨ ਦੀ ਨਿਊ ਕੈਪੀਟਲ ਹੈ। ਠੀਕ ਹੈ। ਅਤੇ 101 ਨੇਸ਼ਨਸ ਤੋਂ ਜਿਹੜੇ ਉਹ ਹੋਣਗੇ ਪਾਰਟੀਸਪੇਟ ਕਰਨਗੇ। ਇਹ ਗੱਲ ਯਾਦ ਰੱਖਿਓ। ਨੈਕਸਟ ਹੈ ਇਹ ਅੱਜ ਦਾ ਆਪਣਾ ਲਾਸਟ ਕੁਐਸਚਨ ਹੈ। ਰਸ਼ੀਦ ਟੂ ਬਿਕਮ ਟੈਸਟ ਕ੍ਰਿਕਟਸ ਯੰਗੈਸਟ ਕੈਪਟਨ। ਜਿਹੜਾ ਰਸ਼ੀਦ ਹੈ ਉਹ ਟੈਸਟ ਕ੍ਰਿਕਟ ਦਾ ਯੰਗੈਸਟ ਕੈਪਟਨ ਬਣਾਇਆ ਜਾਏਗਾ। ਕਿਹੜੀ ਕੰਟਰੀ ਤੋਂ ਹੈ? ਅਫਗਾਨਿਸਤਾਨ। ਜਿਹੜਾ ਅਫਗਾਨਿਸਤਾਨ ਦੀ ਟੈਸਟ ਕ੍ਰਿਕਟ ਹੈ ਉਹਨਾਂ ਨੇ ਰਸ਼ੀਦ ਖਾਨ ਨੂੰ ਬੰਗਲਾਦੇਸ਼ ਦੇ ਨਾਲ ਮੈਚ ਸੀਗਾ ਜਿਹੜਾ ਉਹਨਾਂ ਦਾ, ਉਸ ਦੇ ਵਿੱਚ ਜ਼ਹੂਰ ਅਹਿਮਦ ਚੌਧਰੀ ਸਟੇਡੀਅਮ ਦੇ ਵਿੱਚ ਚੀਤਾਗੋਂਗ ਦੇ ਵਿੱਚ ਜਿਹੜਾ ਉੱਥੇ ਰਿਕਾਰਡ ਬਣਾਇਆ ਉਹਨਾਂ ਨੇ ਕਿ ਜਿਹੜਾ ਯੰਗੈਸਟ ਟੈਸਟ ਕ੍ਰਿਕਟ ਦਾ ਕੈਪਟਨ ਹੈ। ICC ਦੁਆਰਾ ਰਿਲੀਜ਼ ਕੀਤਾ ਗਿਆ। ਉਸਦੀ ਉਮਰ ਕਿੰਨੀ ਹੈ? ਏਜ ਹੈ 20 years 350 days, ਅਪਰੋਕਸ 21 years ਹੋ ਗਈ। ਠੀਕ ਹੈ ਜੀ, ਇਹ ਗੱਲ ਨੂੰ ਯਾਦ ਰੱਖਿਓ। ਅੱਜ ਲਈ ਬਸ ਇੰਨਾ ਹੀ ਫਰੈਂਡਸ। ਥੈਂਕ ਯੂ ਫॉर ਵਾਚਿੰਗ ਦਾ ਸੈਸ਼ਨ। ਆਈ ਹੋਪ ਤੁਹਾਨੂੰ ਲੈਕਚਰ ਪਸੰਦ ਆਇਆ ਹੋਏਗਾ। ਤੁਹਾਡੀ ਡਿਮਾਂਡ ਕਾਰਨ ਕਿ ਸੈਪਟੈਂਬਰ ਦੀ ਫੁੱਲ ਚਾਹੀਦੀ ਸੀਗੀ ਕਰੰਟ ਅਫੇਅਰਸ, ਤਾਂ ਫੁੱਲ ਸੈਪਟੈਂਬਰ ਦੇ ਕਰੰਟ ਅਫੇਅਰਸ ਦੀ ਇਹ ਵੀਡੀਓ ਹੈ। ਠੀਕ ਹੈ ਜੀ। ਆਈ ਹੋਪ ਤੁਹਾਨੂੰ ਲੈਕਚਰ ਪਸੰਦ ਆਇਆ ਹੋਏਗਾ। ਸੈਸ਼ਨ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਰਹੋ। ਥੈਂਕ ਯੂ।